ਤੁਸੀਂ ਸੁਣ ਰਹੇ ਹੋ ਮੈਕਸਿਮ ਗੋਰਕੀ ਦੀ ਕਿਤਾਬ ਮਾਂ, ਅੰਕ ਚੌਥਾ। ਇੱਕ ਸ਼ਾਮ ਪਾਵੇਲ ਨੇ ਬਾਰੀ ਅੱਗੇ ਪਰਦਾ ਖਿੱਚ ਦਿੱਤਾ, ਪੀਣ ਦੇ ਲੈਂਪ ਨੂੰ ਆਪਣੀ ਕੁਰਸੀ ਉੱਪਰ ਲੱਗੇ ਇੱਕ ਕਿੱਲ ਨਾਲ ਟੰਗ ਦਿੱਤਾ। ਇੱਕ ਨੁੱਕਰੇ ਬਹਿ ਗਿਆ ਅਤੇ ਪੜ੍ਹਨ ਲੱਗ ਪਿਆ। ਜਦੋਂ ਉਹਦੀ ਮਾਂ ਨੇ ਭਾਂਡੇ ਸਾਫ਼ ਕਰ ਲਏ ਤਾਂ ਉਹ ਰਸੋਈ ਵਿੱਚੋਂ ਬਾਹਰ ਆਈ ਅਤੇ ਹੌਲੀ-ਹੌਲੀ ਉਹਦੇ ਵੱਲ ਗਈ। ਉਹਨੇ ਆਪਣਾ ਸਿਰ ਚੁੱਕਿਆ ਅਤੇ ਸਵਾਲੀ ਢੰਗ ਨਾਲ ਮਾਂ ਵੱਲ ਵੇਖਿਆ। ਕੁਛ ਨਹੀਂ ਪਾਸ਼ਾ, ਉਹ ਬੁੜਬੁੜਾਈ ਅਤੇ ਕਾਲੀ-ਕਾਲੀ ਰਸੋਈ ਵੱਲ ਚਲੀ ਗਈ। ਉਹਦੇ ਭਰਵੱਟੇ ਬੇਚੈਨੀ ਕਾਰਨ ਫਰਕ ਰਹੇ ਸਨ, ਪਰ ਰਸੋਈ ਵਿੱਚ ਮਿੰਟ ਕੁ ਲਈ ਐਲ ਖੜੇ ਰਹਿਣ ਪਿੱਛੋਂ ਅਤੇ ਆਪਣੇ ਵਿਚਾਰਾਂ ਨਾਲ ਥੋੜਾ ਜਿਹਾ ਘੋਲ ਕਰਨ ਪਿੱਛੋਂ ਉਹਨੇ ਹੱਥ ਧੋਤੇ ਅਤੇ ਫਿਰ ਉਹਦੇ ਵੱਲ ਗਈ। ਮੈਂ ਪੁੱਛਣ ਕਰਦੀ ਸਾਂ, ਤੂੰ ਹਰ ਵੇਲੇ ਕੀ ਪੜ੍ਹਦਾ ਰਹਿੰਦਾ? ਉਹਨੇ ਠਰਮੇ ਨਾਲ ਪੁੱਛਿਆ। ਉਹਨੇ ਕਿਤਾਬ ਬੰਦ ਕਰ ਦਿੱਤੀ। ਬਹਿ ਜਾ ਅੰਮੀ। ਉਹਦੀ ਮਾਂ ਧੜਮ ਕਰਕੇ ਬਹਿ ਗਈ, ਪਿੱਠ ਸਿੱਧੀ ਕੀਤੀ, ਕੁਝ ਬਹੁਤ ਹੀ ਮਹੱਤਵਪੂਰਨ ਸੁਣਨ ਲਈ ਤਿਆਰ। ਪਾਵੇਲ ਨੇ ਉਹਦੇ ਵੱਲ ਵੇਖੇ ਬਿਨਾਂ ਨਿੰਮੀ ਜਿਹੀ ਆਵਾਜ਼ ਵਿੱਚ ਗੱਲ ਕੀਤੀ, ਜਿਹੜੀ ਪਤਾ ਨਹੀਂ ਕਿਉਂ ਕਰੜੀ ਸੀ। ਮੈਂ ਜ਼ਬਤ ਹੋਈਆਂ ਕਿਤਾਬਾਂ ਪੜ੍ਹਦਾ। ਇਹ ਜ਼ਬਤ ਕੀਤੀਆਂ ਗਈਆਂ ਨੇ ਕਿਉਂਕਿ ਇਹ ਕਿਰਤੀ ਲੋਕਾਂ ਬਾਰੇ ਸੱਚ ਦੱਸਦੀਆਂ ਨੇ। ਇਹ ਚੋਰੀ ਲੁਕਾ ਕੇ ਛਾਪੀਆਂ ਜਾਂਦੀਆਂ ਨੇ ਅਤੇ ਜੇ ਉਹਨਾਂ ਮੇਰੇ ਕੋਲੋਂ ਇਹ ਫੜ ਲਈਆਂ ਤਾਂ ਉਹ ਮੈਨੂੰ ਜੇਲ੍ਹ ਵਿੱਚ ਸੁੱਟ ਦੇਣਗੇ। ਜੇਲ੍ਹ ਵਿੱਚ ਕਿਉਂਕਿ ਮੈਂ ਸੱਚ ਜਾਣਨਾ ਚਾਹੁੰਦਾ। ਸਮਝਦੀ ਏ? ਅਚਾਨਕ ਉਹਦੇ ਲਈ ਸਾਹ ਲੈਣਾ ਔਖਾ ਹੋ ਗਿਆ। ਆਪਣੀਆਂ ਅੱਖਾਂ ਪਾੜ ਕੇ ਉਹਨੇ ਆਪਣੇ ਪੁੱਤਰ ਵੱਲ ਵੇਖਿਆ ਤੇ ਉਹ ਉਹਨੂੰ ਔਖਿਆਂ ਹੀ ਪਛਾਣ ਸਕੀ। ਉਹਦੀ ਆਵਾਜ਼ ਵੱਖਰੀ ਤਰ੍ਹਾਂ ਦੀ ਸੀ, ਡੂੰਘੇਰੀ ਤੇ ਵਧੇਰੇ ਭਰਪੂਰ ਅਤੇ ਵਧੇਰੇ ਟੁਣਕਦੀ। ਉਹ ਆਪਣੀਆਂ ਪਤਲੀਆਂ ਨਰਮ ਮੁੱਛਾਂ ਖਿੱਚ ਰਿਹਾ ਸੀ ਅਤੇ ਆਪਣੇ ਨੀਵੇਂ ਪਾਏ ਭਰਵੱਟਿਆਂ ਹੇਠੋਂ ਇੱਕ ਨੁੱਕਰ ਵੱਲ ਅਜੀਬ ਢੰਗ ਨਾਲ ਵੇਖ ਰਿਹਾ ਸੀ। ਉਹ ਆਪਣੇ ਪੁੱਤਰ ਲਈ ਡਰ ਗਈ ਅਤੇ ਉਹਨੂੰ ਉਹਦੇ ਉੱਤੇ ਤਰਸ ਵੀ ਆਇਆ। ਤੂੰ ਅਜਿਹਾ ਕਿਉਂ ਕਰਦਾ ਪਾਸ਼ਾ? ਉਹਨੇ ਪੁੱਛਿਆ। ਉਹਨੇ ਆਪਣਾ ਸਿਰ ਚੁੱਕਿਆ ਅਤੇ ਮਾਂ ਵੱਲ ਵੇਖਿਆ। ਕਿਉਂਕਿ ਮੈਂ ਸੱਚ ਜਾਣਨਾ ਚਾਹੁੰਦਾ, ਉਹਨੇ ਸ਼ਾਂਤੀ ਅਤੇ ਠਰਮੇ ਨਾਲ ਜਵਾਬ ਦਿੱਤਾ। ਉਹਦੀ ਆਵਾਜ਼ ਨਰਮ ਪਰ ਦ੍ਰਿੜ ਸੀ ਅਤੇ ਉਹਦੀਆਂ ਅੱਖਾਂ ਵਿੱਚ ਇੱਕ ਸਿਰੜੀ ਦਿੱਖ ਸੀ। ਮਾਂ ਨੇ ਅਨੁਭਵ ਕੀਤਾ ਕਿ ਉਹਨੇ ਆਪਣੇ ਆਪ ਨੂੰ ਸਦਾ ਲਈ ਕਿਸੇ ਗੁਪਤ ਅਤੇ ਡਰਾਉਣੀ ਗੱਲ ਲਈ ਸਮਰਪਿਤ ਕਰ ਦਿੱਤਾ ਹੈ। ਕਿਉਂਕਿ ਉਹ ਮਾਮਲਿਆਂ ਦੀ ਅਟਲਤਾ ਨੂੰ ਕਬੂਲਣ ਅਤੇ ਤਾਬਿਆਂ ਮੰਨਣ ਦੀ ਆਦੀ ਸੀ, ਉਹ ਚੁੱਪਚਾਪ ਰੋ ਪਈ। ਗਮ ਅਤੇ ਸੰਤਾਪ ਹੱਥੋਂ ਇੰਨੀ ਪਸਿੱਤੀ ਸੀ ਕਿ ਉਹਨੂੰ ਕੋਈ ਗੱਲ ਨਾ ਔੜੀ। ਰੋ ਨਾ, ਪਾਵੇਲ ਨੇ ਨਰਮੀ ਅਤੇ ਸਨੇਹ ਨਾਲ ਕਿਹਾ ਅਤੇ ਮਾਂ ਨੂੰ ਜਾਪਿਆ ਜਿਵੇਂ ਉਹ ਉਸ ਤੋਂ ਵਿਦਿਆ ਹੋ ਰਿਹਾ ਹੋਵੇ। ਜਰਾ ਸੋਚ, ਅਸੀਂ ਕਿਹੋ ਜਿਹੀ ਜ਼ਿੰਦਗੀ ਜੀਂਦੇ ਹਾਂ। ਆਪਣੇ ਵੱਲ ਹੀ ਵੇਖ। ਚਾਲੀਆਂ ਦੀ ਤੂੰ ਹੋ ਗਈ ਅਤੇ ਤੂੰ ਵੇਖਿਆ ਹੀ ਕੀ ਏ? ਅੱਬਾ ਤੈਨੂੰ ਕੁੱਟਦਾ ਸੀ। ਹੁਣ ਮੈਂ ਜਾਣਦਾ ਉਹ ਆਪਣੇ ਦੁੱਖ ਤੇਰੇ ਉੱਤੇ ਕੱਢਦਾ ਸੀ। ਜ਼ਿੰਦਗੀ ਦੀ ਸਾਰੀ ਕੁੜੱਤਣ। ਕੋਈ ਸ਼ੈ ਉਹਨੂੰ ਕੁਚਲਦੀ ਸੀ, ਪਰ ਉਹ ਇਹ ਨਹੀਂ ਸੀ ਜਾਣਦਾ ਕਿ ਇਹ ਕੀ ਹੈ। 30 ਸਾਲ ਉਹਨੇ ਇੱਥੇ ਗੁਲਾਮੀ ਕੀਤੀ। ਜਦੋਂ ਉਹਨੇ ਕੰਮ ਸ਼ੁਰੂ ਕੀਤਾ ਤਾਂ ਸਾਰੇ ਕਾਰਖਾਨੇ ਵਿੱਚ 2 ਖਾਤੇ ਸਨ ਤੇ ਅੱਜ 7 ਨੇ। ਉਹ ਬੜੀ ਉਤਾਵਲ ਨਾਲ ਪਰ ਡਰੀ ਹੋਈ ਉਹਦੀ ਗੱਲ ਸੁਣ ਰਹੀ ਸੀ। ਉਹਦੇ ਪੁੱਤਰ ਦੀਆਂ ਅੱਖਾਂ ਵਿੱਚ ਕਿਸੇ ਅਤ ਸੋਹਣੀ ਲੋ ਨਾਲ ਲਿਸ਼ਕ ਰਹੀਆਂ ਸਨ। ਆਪਣੀ ਛਾਤੀ ਮੇਜ਼ ਨਾਲ ਟਿਕਾ ਕੇ ਉਹ ਉਹਦੇ ਹੰਝੂਆਂ ਭਿੱਜੇ ਮੂੰਹ ਦੇ ਨੇੜੇ ਝੁਕਿਆ ਹੋਇਆ ਸੀ ਅਤੇ ਉਹਨੂੰ ਜਿਸ ਸੱਚ ਦਾ ਗਿਆਨ ਹੁਣੇ ਹੋਇਆ ਸੀ, ਉਸ ਸੰਬੰਧੀ ਉਹਨੇ ਪਹਿਲੀ ਤਕਰੀਰ ਕੀਤੀ ਸੀ। ਜਵਾਨੀ ਦੇ ਸਾਰੇ ਬਲ ਨਾਲ, ਅਜਿਹੇ ਵਿਦਿਆਰਥੀ ਦੇ ਪੂਰੇ ਉਤਸ਼ਾਹ ਨਾਲ ਜਿਸ ਨੂੰ ਆਪਣੇ ਗਿਆਨ ਉੱਤੇ ਮਾਣ ਅਤੇ ਉਸ ਵਿੱਚ ਪੂਰਾ ਨਿਸ਼ਚਾ ਹੋਵੇ, ਉਹ ਉਹਨਾਂ ਗੱਲਾਂ ਬਾਰੇ ਬੋਲਿਆ ਜਿਹੜੀਆਂ ਉਹਦੇ ਲਈ ਸਪਸ਼ਟ ਸਨ। ਉਹ ਇੰਨਾ ਆਪਣੀ ਮਾਂ ਨੂੰ ਯਕੀਨ ਦਿਵਾਉਣ ਲਈ ਨਹੀਂ ਸੀ ਬੋਲ ਰਿਹਾ ਜਿੰਨਾ ਆਪਣੇ ਆਪ ਨੂੰ ਪਰਖਣ ਲਈ। ਜਦੋਂ ਉਹਨੂੰ ਗੱਲ ਨਾ ਔੜਦੀ ਅਤੇ ਉਹ ਰੁਕ ਜਾਂਦਾ ਤਾਂ ਉਹਨੂੰ ਆਪਣੇ ਸਾਹਮਣੇ ਦੁਖੀ ਮੂੰਹ ਦੀ, ਉਹਦੇ ਵੱਲ ਡਰ ਅਤੇ ਅਚੰਭੇ ਨਾਲ ਵੇਖ ਰਹੀਆਂ ਹੰਝੂਆਂ ਦੇ ਪਰਦੇ ਪਿੱਛੇ ਲਿਸ਼ਕਦੀਆਂ ਦਿਆਲ ਅੱਖਾਂ ਦੀ ਸੋਝੀ ਆ ਜਾਂਦੀ। ਉਹਨੂੰ ਆਪਣੀ ਮਾਂ ਤੇ ਤਰਸ ਆ ਰਿਹਾ ਸੀ ਅਤੇ ਜਦੋਂ ਉਹਨੇ ਫਿਰ ਬੋਲਣਾ ਸ਼ੁਰੂ ਕੀਤਾ ਤਾਂ ਉਹਨੇ ਉਹਦੀ ਅਤੇ ਉਹਦੇ ਜੀਵਨ ਦੀ ਗੱਲ ਕੀਤੀ। ਤੂੰ ਕਿਹੜੀ ਖੁਸ਼ੀ ਮਾਣੀ ਏ? ਉਹਨੇ ਪੁੱਛਿਆ। ਤੇਰੇ ਕੋਲ ਯਾਦ ਕਰਨ ਲਈ ਕਿਹੜੀਆਂ ਚੰਗੀਆਂ ਗੱਲਾਂ ਨੇ? ਉਹਨੇ ਧਿਆਨ ਨਾਲ ਸੁਣਿਆ ਅਤੇ ਸੋਗੀ ਢੰਗ ਨਾਲ ਸਿਰ ਹਿਲਾ ਦਿੱਤਾ। ਇੱਕ ਅਜੀਬ ਨਵੀਂ ਭਾਵਨਾ ਨਾਲ ਭਰੀ ਹੋਈ ਨੇ, ਜਿਹੜੀ ਖੁਸ਼ ਵੀ ਸੀ ਅਤੇ ਦੁਖਿਆਰੀ ਵੀ, ਜਿਹੜੀ ਉਹਦੇ ਦੁੱਖ ਦੇ ਦਿਲ ਲਈ ਇੱਕ ਲਾਡ ਵਾਂਗ ਸੀ। ਪਹਿਲਾਂ ਕਦੀ ਕਿਸੇ ਨੇ ਉਹਦੇ ਨਾਲ ਉਹਦੇ ਜੀਵਨ ਬਾਰੇ ਗੱਲ ਨਹੀਂ ਸੀ ਕੀਤੀ ਅਤੇ ਉਹਦੇ ਪੁੱਤਰ ਦੀ ਗੱਲ ਨੇ ਧੁੰਦਲੇ ਜਿਹੇ ਵਿਚਾਰ ਜਗਾ ਦਿੱਤੇ, ਜਿਹੜੇ ਚਿਰਾਂ ਤੋਂ ਭੁਲਾਏ ਜਾ ਚੁੱਕੇ ਸਨ।
ਉਹਨਾਂ ਜੀਵਨ ਨਾਲ ਅਸੰਤੋਖ ਦੀ ਮਰ ਰਹੀ ਭਾਵਨਾ ਨੂੰ ਸੁਰਜੀਤ ਕਰ ਦਿੱਤਾ। ਦੁਰਾਡੀ ਜਵਾਨੀ ਦੇ ਵਿਚਾਰਾਂ ਅਤੇ ਜਜ਼ਬਿਆਂ ਨੂੰ ਆਪਣੀ ਜਵਾਨੀ ਵਿੱਚ ਉਹ ਆਪਣੀਆਂ ਵਾਕਿਫ ਕੁੜੀਆਂ ਨਾਲ ਜੀਵਨ ਬਾਰੇ ਗੱਲਾਂ ਕਰਦੀ ਹੁੰਦੀ ਸੀ। ਉਹਨੇ ਹਰ ਗੱਲ ਬਾਰੇ ਵਿਸਥਾਰ ਨਾਲ ਗੱਲ ਕੀਤੀ ਸੀ, ਪਰ ਉਹਦੀਆਂ ਸਹੇਲੀਆਂ ਅਤੇ ਉਹ ਆਪ ਆਪਣੇ ਜੀਵਨ ਦੀ ਕਰੜਾਈ ਦਾ ਕਾਰਨ ਢੂੰਢੇ ਬਿਨਾਂ ਬਸ ਸ਼ਿਕਾਇਤ ਹੀ ਕਰਦੀਆਂ ਸਨ। ਪਰ ਹੁਣ ਉਹਦਾ ਪੁੱਤਰ ਉਹਦੇ ਸਾਹਮਣੇ ਬੈਠਾ ਸੀ ਅਤੇ ਉਹਦੀਆਂ ਅੱਖਾਂ ਅਤੇ ਮੂੰਹ ਅਤੇ ਗੱਲਾਂ ਜੋ ਕੁਝ ਪ੍ਰਗਟ ਕਰਦੀਆਂ ਸਨ, ਉਹ ਉਹਦੇ ਦਿਲ ਨੂੰ ਲੱਗਦਾ ਸੀ। ਉਹਨੂੰ ਆਪਣੇ ਪੁੱਤਰ ਲਈ ਮਾਣ ਨਾਲ ਭਰ ਦਿੰਦਾ, ਜਿਹੜਾ ਆਪਣੀ ਮਾਂ ਦੇ ਜੀਵਨ ਨੂੰ ਇੰਨੀ ਚੰਗੀ ਤਰ੍ਹਾਂ ਜਾਣਦਾ ਸੀ, ਜਿਹੜਾ ਉਹਦੇ ਨਾਲ ਉਹਦੇ ਜਫਰਾਂ ਦੀ ਗੱਲ ਕਰਦਾ ਸੀ ਅਤੇ ਉਹਦੇ ਉੱਤੇ ਤਰਸ ਖਾਂਦਾ ਸੀ। ਭਲਾ ਮਾਵਾਂ ਉੱਤੇ ਵੀ ਕੋਈ ਤਰਸ ਖਾਂਦਾ ਹੈ। ਉਹਨੂੰ ਇਸ ਗੱਲ ਦਾ ਪਤਾ ਸੀ। ਉਹ ਇਸਤਰੀਆਂ ਦੇ ਜੀਵਨ ਬਾਰੇ ਜੋ ਕੁਝ ਕਹਿ ਰਿਹਾ ਸੀ, ਉਹ ਕੌੜੀ ਜਾਣੀ ਪਛਾਣੀ ਸੱਚਾਈ ਸੀ ਅਤੇ ਇਹ ਮਿਲੇ ਜੁਲੇ ਜਜ਼ਬੇ ਉਭਾਰਦੀ, ਜਿਨ੍ਹਾਂ ਦਾ ਅਨੋਖਾ ਸਨੇਹ ਉਹਦੇ ਦਿਲ ਨੂੰ ਪਿਘਲਾ ਰਿਹਾ ਸੀ। ਤੂੰ ਕੀ ਕਰਨਾ ਚਾਹੁੰਦਾ ਹੈ? ਉਹਨੇ ਉਹਦੀ ਗੱਲ ਟੋਕਦੇ ਹੋਏ ਪੁੱਛਿਆ। ਪਹਿਲਾਂ ਪੜ੍ਹਨਾ, ਫਿਰ ਹੋਰਾਂ ਨੂੰ ਸਿਖਾਉਣਾ। ਇਹ ਲਾਜ਼ਮੀ ਹੈ ਕਿ ਅਸੀਂ ਕਿਰਤੀ ਲੋਕ ਪੜ੍ਹੀਏ। ਇਹ ਲਾਜ਼ਮੀ ਹੈ ਕਿ ਅਸੀਂ ਪਤਾ ਲਾਈਏ ਅਤੇ ਸਮਝੀਏ ਕਿ ਸਾਡੀਆਂ ਜ਼ਿੰਦਗੀਆਂ ਇੰਨੀਆਂ ਕਠਿਨ ਕਿਉਂ ਨੇ। ਉਹ ਇਹ ਵੇਖ ਕੇ ਖੁਸ਼ ਹੋਈ ਕਿ ਉਹਦੀਆਂ ਨੀਲੀਆਂ ਅੱਖਾਂ, ਜਿਹੜੀਆਂ ਸਦਾ ਇੰਨੀਆਂ ਕਠੋਰ ਅਤੇ ਗੰਭੀਰ ਹੁੰਦੀਆਂ ਸਨ, ਇੱਕ ਕੂਲੀ ਅਤੇ ਮਲੂਕ ਲੋ ਨਾਲ ਚਮਕ ਰਹੀਆਂ ਸਨ। ਉਹਦੇ ਬੁੱਲ੍ਹਾਂ ਉੱਤੇ ਇੱਕ ਸੰਤੁਸ਼ਟ ਅਤੇ ਸ਼ਾਂਤ ਮੁਸਕਾਨ ਆ ਗਈ। ਭਾਵੇਂ ਉਹਦੀਆਂ ਗੱਲਾਂ ਦੀਆਂ ਝੁਰੜੀਆਂ ਵਿੱਚ ਹੰਝੂ ਹਜੇ ਵੀ ਥਰਥਰਾ ਰਹੇ ਸਨ, ਉਹਦੇ ਅੰਦਰ ਖਿੱਚੋਤਾਣ ਚੱਲ ਰਹੀ ਸੀ ਆਪਣੇ ਪੁੱਤਰ ਲਈ, ਜਿਹੜਾ ਜੀਵਨ ਦੀ ਕੁੜੱਤਣ ਨੂੰ ਇੰਨੀ ਚੰਗੀ ਤਰ੍ਹਾਂ ਵੇਖਦਾ ਸੀ। ਮਾਣ ਦੀ ਭਾਵਨਾ ਤੇ ਆਪਣੇ ਇਸ ਅਨੁਭਵ ਵਿਚਕਾਰ ਕਿ ਹਜੇ ਉਹ ਛੋਟੀ ਉਮਰ ਦਾ ਹੈ ਅਤੇ ਹੋਰਨਾਂ ਨਾਲੋਂ ਵੱਖਰੀ ਤਰ੍ਹਾਂ ਗੱਲ ਕਰਦਾ ਹੈ, ਅਤੇ ਇਹ ਕਿ ਉਹਨੇ ਇਕੱਲੇ ਨੇ ਹੀ ਉਸ ਜੀਵਨ ਵਿਰੁੱਧ ਘੋਲ ਕਰਨ ਦਾ ਬੀੜਾ ਚੁੱਕਿਆ ਹੈ, ਜਿਸ ਨੂੰ ਉਹਦੇ ਸਮੇਤ ਬਾਕੀ ਸਾਰੇ ਸੁਭਾਵਕ ਸਮਝਦੇ ਸਨ। ਉਹ ਉਹਨੂੰ ਕਹਿਣਾ ਚਾਹੁੰਦੀ ਸੀ, ਪਰ ਮੇਰੇ ਲਾਡਲੇ, ਤੂੰ ਇਕੱਲਾ ਕੀ ਕਰ ਸਕਦਾ ਹੈ? ਪਰ ਉਹ ਡਰਦੀ ਸੀ ਕਿ ਉਹਦੀ ਉਸ ਸ਼ਲਾਘਾ ਦਾ ਇੱਕ ਹਿੱਸਾ ਜਾਂਦਾ ਰਹੇਗਾ, ਜਿਹੜੀ ਉਹ ਉਹਦੇ ਲਈ ਅਨੁਭਵ ਕਰ ਰਹੀ ਸੀ। ਇਸ ਪੁੱਤਰ ਲਈ ਜਿਸ ਨੇ ਆਪਣੇ ਆਪ ਨੂੰ ਇੰਨਾ ਸਿਆਣਾ ਸਾਬਿਤ ਕਰ ਦਿੱਤਾ ਸੀ ਅਤੇ ਜਿਸ ਨੂੰ ਉਹ ਪੂਰੀ ਤਰ੍ਹਾਂ ਸਮਝ ਨਹੀਂ ਸੀ ਸਕਦੀ। ਪਾਵੇਲ ਨੇ ਉਹਦੇ ਬੁੱਲ੍ਹਾਂ ਉੱਤੇ ਮੁਸਕਾਨ ਵੇਖੀ, ਉਹਦੇ ਮੂੰਹ ਦੀ ਇਕਾਗਰਤਾ ਵੇਖੀ, ਉਹਦੀਆਂ ਅੱਖਾਂ ਵਿੱਚ ਪਿਆਰ ਵੇਖਿਆ ਅਤੇ ਉਹਨੇ ਅਨੁਭਵ ਕੀਤਾ ਕਿ ਉਹ ਉਹਨੂੰ ਉਹ ਸੱਚਾਈ ਸਮਝਾਉਣ ਵਿੱਚ ਸਫਲ ਹੋ ਗਿਆ ਹੈ ਜਿਸ ਦੀ ਉਹ ਹਮਾਇਤ ਕਰਦਾ ਸੀ। ਆਪਣੇ ਬੋਲਾਂ ਦੀ ਸ਼ਕਤੀ ਵਿੱਚ ਘਬਰੇਟ ਮਾਨ ਨੇ ਆਪਣੇ ਆਪ ਵਿੱਚ ਉਹਦੇ ਭਰੋਸੇ ਨੂੰ ਮਜ਼ਬੂਤ ਕੀਤਾ। ਹੁਣ ਉਹ ਉਤੇਜਿਤ ਹੋ ਕੇ ਬੋਲ ਰਿਹਾ ਸੀ, ਕਦੀ ਮੁਸਕਰਾਉਂਦਾ, ਕਦੀ ਘੂਰੀ ਵੱਟਦਾ ਅਤੇ ਕਦੀ ਉਹਦੇ ਬੋਲਾਂ ਵਿੱਚ ਘ੍ਰਿਣਾ ਦੀ ਟੁਨਕਾਰ ਹੁੰਦੀ, ਅਤੇ ਜਦੋਂ ਉਹ ਇਹ ਸੁਣਦੀ ਤਾਂ ਉਹ ਡਰ ਜਾਂਦੀ। ਇੰਨੇ ਕਰੜੇ ਅਤੇ ਟੁਨਕਦੇ ਸਨ ਇਹ, ਅਤੇ ਆਪਣਾ ਸਿਰ ਹਿਲਾਉਂਦੀ ਅਤੇ ਆਪਣੇ ਪੁੱਤਰ ਤੋਂ ਹੌਲੀ ਜਿਹੀ ਪੁੱਛਦੀ, ਕੀ ਇਹ ਹੋ ਸਕਦਾ ਹੈ ਪਾਸ਼ਾ? ਅਤੇ ਉਹ ਪਕਿਆਈ ਨਾਲ ਉੱਤਰ ਦਿੰਦਾ, ਹਾਂ, ਇਹ ਹੋ ਸਕਦਾ ਹੈ। ਅਤੇ ਉਹ ਉਹਨੂੰ ਉਹਨਾਂ ਲੋਕਾਂ ਬਾਰੇ ਦੱਸਦਾ ਜਿਹੜੇ ਚੰਗੇ ਕੰਮ ਕਰਨ ਲਈ ਉਤਾਵਲੇ, ਜਨਤਾ ਵਿੱਚ ਸੱਚ ਦੇ ਬੀਜ ਬੀਜਦੇ, ਜਿਸ ਕਾਰਨ ਜੀਵਨ ਦੇ ਵੈਰੀ ਜੰਗਲੀ ਜਾਨਵਰਾਂ ਵਾਂਗ ਉਹਨਾਂ ਦਾ ਪਿੱਛਾ ਕਰਦੇ, ਉਹਨਾਂ ਨੂੰ ਜੇਲ੍ਹਾਂ ਵਿੱਚ ਸੁੱਟਦੇ ਅਤੇ ਮੁਸ਼ੱਕਤੀ ਗੁਲਾਮੀ ਦੀਆਂ ਸਜ਼ਾਵਾਂ ਦਿੰਦੇ। ਮੈਂ ਅਜਿਹੇ ਲੋਕਾਂ ਨੂੰ ਜਾਣਦਾ, ਉਹਨੇ ਗਰਮ ਹੋ ਕੇ ਕਿਹਾ। ਉਹ ਇਸ ਧਰਤੀ ਦਾ ਨੂਰ ਨੇ। ਅਜਿਹੇ ਲੋਕਾਂ ਬਾਰੇ ਵਿਚਾਰ ਨੇ ਉਹਨੂੰ ਭੈਭੀਤ ਕਰ ਦਿੱਤਾ। ਅਤੇ ਇੱਕ ਵਾਰ ਫਿਰ ਉਹ ਆਪਣੇ ਪੁੱਤਰ ਤੋਂ ਪੁੱਛਣਾ ਚਾਹੁੰਦੀ ਸੀ ਕਿ ਅਜਿਹਾ ਹੋ ਸਕਦਾ ਹੈ, ਪਰ ਉਹਦੀ ਹਿੰਮਤ ਨਾ ਪਈ। ਸਾਹ ਰੋਕ ਕੇ ਉਹ ਉਹਨਾਂ ਲੋਕਾਂ ਸੰਬੰਧੀ ਕਥਾਵਾਂ ਸੁਣਦੀ ਰਹੀ ਜਿਨ੍ਹਾਂ ਨੂੰ ਉਹ ਨਹੀਂ ਸੀ ਸਮਝਦੀ, ਪਰ ਜਿਨ੍ਹਾਂ ਉਹਦੇ ਪੁੱਤਰ ਨੂੰ ਅਜਿਹੀਆਂ ਖਤਰਨਾਕ ਗੱਲਾਂ ਕਹਿਣਾ ਅਤੇ ਸੋਚਣਾ ਸਿਖਾ ਦਿੱਤਾ ਸੀ। ਅਖੀਰ ਉਹਨੇ ਉਹਨੂੰ ਕਿਹਾ, ਸਵੇਰ ਹੋਣ ਹੀ ਵਾਲੀ ਹੈ, ਮੰਜੇ ਤੇ ਪੈ ਜਾ ਅਤੇ ਥੋੜਾ ਸੌਂ ਲੈ। ਮੈਂ ਛੇਤੀ ਹੀ ਸੌਂ ਜਾਵਾਂਗਾ, ਉਹਨੇ ਕਿਹਾ। ਫਿਰ ਝੁੱਕ ਕੇ ਉਹਦੇ ਨੇੜੇ ਹੁੰਦੇ ਹੋਏ ਉਹਨੇ ਪੁੱਛਿਆ, ਪਰ ਤੂੰ ਮੇਰੀ ਗੱਲ ਸਮਝ ਗਈ ਹੈ ਨਾ? ਹਾਂ, ਉਹਨੇ ਹੌਂਕਾ ਲੈ ਕੇ ਕਿਹਾ। ਉਹਦੇ ਹੰਝੂ ਇੱਕ ਵਾਰ ਫਿਰ ਵਗ ਪਏ ਅਤੇ ਅਚਾਨਕ ਕੂਕ ਉੱਠੀ, ਇਹ ਤੈਨੂੰ ਤਬਾਹ ਕਰ ਦੇਵੇਗਾ। ਉਹ ਉੱਠਿਆ ਅਤੇ ਕਮਰੇ ਦੇ ਦੂਜੇ ਪਾਸੇ ਚਲਾ ਗਿਆ। ਸੋ ਹੁਣ ਤੈਨੂੰ ਪਤਾ ਹੈ ਮੈਂ ਕੀ ਕਰਦਾ ਅਤੇ ਕਿੱਥੇ ਜਾਂਦਾ? ਉਹਨੇ ਕਿਹਾ।
ਮੈਂ ਤੈਨੂੰ ਸਭ ਕੁਝ ਦੱਸ ਦਿੱਤਾ ਹੈ ਅਤੇ ਮੈਂ ਤੇਰੀ ਮਿੰਨਤ ਕਰਦਾ ਅੰਮੀ, ਜੇ ਤੂੰ ਮੈਨੂੰ ਪਿਆਰ ਕਰਦੀ ਹੈ ਤਾਂ ਮੇਰਾ ਰਾਹ ਨਾ ਰੋਕੇ। ਉਹ ਮੇਰੇ ਭਾਗਵਾਨ ਪੁੱਤਰਾ, ਉਹ ਕੂਕ ਉੱਠੀ। ਸ਼ਾਇਦ ਇਹ ਚੰਗਾ ਹੁੰਦਾ ਜੇ ਤੂੰ ਮੈਨੂੰ ਨਾ ਦੱਸਦਾ। ਉਹਨੇ ਮਾਂ ਦਾ ਹੱਥ ਫੜਿਆ ਅਤੇ ਜ਼ੋਰ ਨਾਲ ਕੁੱਟਿਆ। ਜਿਸ ਨਿੱਘ ਨਾਲ ਉਹਨੇ ਅੰਮੀ ਕਿਹਾ ਸੀ ਉਹਨੇ ਅਤੇ ਇਸ ਅਨੋਖੇ ਅਤੇ ਅਸਾਧਾਰਨ ਢੰਗ ਨਾਲ ਹੱਥ ਕੁੱਟਣ ਨੇ ਉਹਨੂੰ ਬਹਿਬਲ ਕਰ ਦਿੱਤਾ ਸੀ। ਨਹੀਂ, ਮੈਂ ਤੇਰਾ ਰਾਹ ਨਹੀਂ ਰੋਕਾਂਗੀ, ਉਹਨੇ ਉਖੜੀ ਨੇ ਕਿਹਾ। ਬਸ ਧਿਆਨ ਰੱਖੀ, ਜ਼ਰੂਰ ਧਿਆਨ ਰੱਖੀ। ਪੁੱਤਰ ਨੂੰ ਜਿਹੜਾ ਖਤਰਾ ਪੇਸ਼ ਸੀ, ਉਹਦੇ ਅਤ ਧੁੰਦਲੇ ਅਨੁਭਵ ਨਾਲ ਉਹਨੇ ਸੋਗੀ ਢੰਗ ਨਾਲ ਗੱਲ ਵਧਾਈ। ਤੂੰ ਤਾਂ ਪਤਲਾ ਹੀ ਹੋਈ ਜਾਨਾ ਹੈ। ਉਹਦੇ ਤਕੜੇ ਲੰਮੇ ਜੁੱਸੇ ਨੂੰ ਇੱਕ ਪਿਆਰ ਭਰੀ ਤੱਕਣੀ ਦੀ ਵਲਗਣ ਵਿੱਚ ਵੱਲ ਲੈਣ ਪਿੱਛੋਂ ਉਹ ਕਾਲੀ ਅਤੇ ਨਰਮੀ ਨਾਲ ਬੋਲਣ ਲੱਗ ਪਈ। ਰੱਬ ਰਾਖਾ, ਜਿਵੇਂ ਆਏ ਜਿਉਂ। ਮੈਂ ਤੇਰਾ ਰਾਹ ਕਿਉਂ ਰੋਕਾਂ? ਬਸ ਮੈਂ ਇੱਕੋ ਅਰਜ਼ੋਈ ਕਰਦੀ ਹਾਂ। ਕਿਸ ਨਾਲ ਗੱਲ ਕਰਨੀ ਹੈ, ਜਰਾ ਧਿਆਨ ਰੱਖੀ। ਤੈਨੂੰ ਲੋਕਾਂ ਤੋਂ ਡਰਨਾ ਚਾਹੀਦਾ ਹੈ। ਉਹ ਇੱਕ ਦੂਜੇ ਨੂੰ ਨਫ਼ਰਤ ਕਰਦੇ ਨੇ। ਉਹ ਲਾਲਚ ਅਤੇ ਸਾੜੇ ਦੀ ਜ਼ਿੰਦਗੀ ਗੁਜ਼ਾਰਦੇ ਨੇ ਅਤੇ ਇੱਕ ਦੂਜੇ ਨੂੰ ਦੁੱਖ ਪਹੁੰਚਾਉਣਾ ਪਸੰਦ ਕਰਦੇ ਨੇ। ਇੱਕ ਵਾਰ ਜਦੋਂ ਤੂੰ ਉਹਨਾਂ ਵੱਲ ਇਸ਼ਾਰਾ ਕਰਨਾ ਅਤੇ ਉਹਨਾਂ ਉੱਤੇ ਇਲਜ਼ਾਮ ਲਾਉਣਾ ਸ਼ੁਰੂ ਕਰ ਦਿੱਤਾ, ਉਹ ਤੈਨੂੰ ਨਫ਼ਰਤ ਕਰਨ ਲੱਗ ਪੈਣਗੇ ਅਤੇ ਤੈਨੂੰ ਤਬਾਹ ਕਰ ਦੇਣਗੇ। ਪੁੱਤਰ ਦਰਵਾਜ਼ੇ ਵਿੱਚ ਖੜਾ ਉਹਦੀਆਂ ਦਰਦੀਲੀਆਂ ਗੱਲਾਂ ਸੁਣ ਰਿਹਾ ਸੀ ਅਤੇ ਜਦੋਂ ਉਹਨੇ ਗੱਲ ਮੁਕਾਈ ਤਾਂ ਉਹ ਮੁਸਕਰਾਇਆ ਅਤੇ ਬੋਲਿਆ, ਤੂੰ ਠੀਕ ਹੈ, ਲੋਕ ਭੈੜੇ ਨੇ, ਪਰ ਜਦੋਂ ਮੈਨੂੰ ਪਤਾ ਲੱਗ ਗਿਆ ਕਿ ਸੱਚ ਜਿਹੀ ਵੀ ਕੋਈ ਸ਼ੈ ਹੈ ਤਾਂ ਲੋਕ ਚੰਗੇ ਲੱਗਣ ਲੱਗ ਪਏ। ਉਹ ਫਿਰ ਮੁਸਕਰਾਇਆ ਅਤੇ ਗੱਲ ਜਾਰੀ ਰੱਖੀ। ਪਤਾ ਨਹੀਂ ਕਿਉਂ, ਪਰ ਜਦੋਂ ਮੈਂ ਨਿੱਕਾ ਹੁੰਦਾ ਸਾਂ ਤਾਂ ਮੈਂ ਹਰ ਇੱਕ ਤੋਂ ਡਰਦਾ ਸਾਂ। ਫਿਰ ਜਦੋਂ ਮੈਂ ਵੱਡਾ ਹੋਇਆ, ਮੈਂ ਹਰ ਇੱਕ ਨਾਲ ਨਫ਼ਰਤ ਕਰਨ ਲੱਗ ਪਿਆ। ਕੁਝ ਨੂੰ ਉਹਨਾਂ ਦੇ ਪਸ਼ੂਪਣੇ ਕਰਕੇ, ਹੋਰਨਾਂ ਨੂੰ ਪਤਾ ਨਹੀਂ ਕਿਉਂ, ਬਸ ਐਵੇਂ ਹੀ। ਪਰ ਹੁਣ ਗੱਲ ਵੱਖਰੀ ਜਾਪਦੀ ਏ। ਸ਼ਾਇਦ ਇਸ ਕਰਕੇ ਕਿ ਹੁਣ ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ। ਜਦੋਂ ਮੈਂ ਇਹ ਸਮਝ ਲਿਆ ਕਿ ਪਸ਼ੂ ਹੋਣ ਲਈ ਉਹ ਸਦਾ ਆਪ ਜ਼ਿੰਮੇਵਾਰ ਨਹੀਂ, ਤਾਂ ਮੇਰਾ ਦਿਲ ਨਰਮ ਹੋ ਗਿਆ। ਉਹਨੇ ਬੋਲਣਾ ਬੰਦ ਕੀਤਾ, ਜਿਵੇਂ ਆਪਣੇ ਅੰਦਰੋਂ ਕੋਈ ਗੱਲ ਸੁਣ ਰਿਹਾ ਹੋਵੇ। ਫਿਰ ਠਰੰਮੇ ਅਤੇ ਵਿਚਾਰਵਾਨ ਢੰਗ ਨਾਲ ਗੱਲ ਜਾਰੀ ਰੱਖੀ। ਸੱਚ ਦਾ ਤੁਹਾਡੇ ਉੱਤੇ ਇਹ ਅਸਰ ਹੁੰਦਾ ਹੈ। ਪਿਆਰੇ ਈਸਾ ਦੀ ਸਹੁੰ, ਤੇਰੇ ਵਿੱਚ ਖਤਰਨਾਕ ਤਬਦੀਲੀ ਆ ਗਈ ਹੈ। ਮਾਂ ਨੇ ਉਹਦੇ ਵੱਲ ਵੇਖਦੇ ਹੋਏ ਹੌਂਕਾ ਭਰ ਕੇ ਕਿਹਾ। ਜਦੋਂ ਉਹ ਸੌਂ ਗਿਆ ਤਾਂ ਉਹ ਸ਼ੋਪਲੇ ਜਿਹੇ ਮੰਜੇ ਤੋਂ ਉੱਠੀ ਅਤੇ ਉਹਦੇ ਵੱਲ ਗਈ। ਪਾਵੇਲ ਪਿੱਠ ਭਾਰ ਲੇਟਿਆ ਹੋਇਆ ਸੀ। ਚਿੱਟੇ ਸਿਰਹਾਣੇ ਉੱਤੇ ਉਹਦੇ ਸਵਾਲੇ ਮੂੰਹ ਦੀ ਕਰੜੀ ਅਤੇ ਦ੍ਰਿੜ ਨੁਹਾਰ ਉਭਰੀ ਹੋਈ ਸੀ। ਉਹਦੀ ਮਾਂ ਉੱਥੇ ਰਾਤ ਵੇਲੇ ਪਾਉਣ ਵਾਲੇ ਕੱਪੜੇ ਪਹਿਨੀ ਨੰਗੇ ਪੈਰੀ ਖੜੀ ਸੀ। ਆਪਣੇ ਹੱਥ ਛਾਤੀ ਨਾਲ ਲਾਈ, ਉਹਦੇ ਬੁੱਲ ਬਿਨਾਂ ਆਵਾਜ਼ ਫਰਕ ਰਹੇ ਸਨ। ਵੱਡੇ ਧੁੰਦਲੇ ਹੰਝੂ ਉਹਦੀਆਂ ਗੱਲਾਂ ਉੱਤੋਂ ਕਿਰ ਰਹੇ ਸਨ। ਇੱਕ ਵਾਰ ਫਿਰ ਉਹਨਾਂ ਆਪਣਾ ਚੁੱਪ ਜੀਵਨ ਜਾਰੀ ਰੱਖਿਆ, ਦੁਰਾਡੇ ਪਰ ਨੇੜਵੀਂ ਤਰ੍ਹਾਂ ਜੁੜੇ ਹੋਏ। ਅੰਕ 5ਵਾਂ। ਹਫ਼ਤੇ ਦੇ ਵਿਚਕਾਰ ਇੱਕ ਛੁੱਟੀ ਦੇ ਦਿਨ ਘਰੋਂ ਬਾਹਰ ਜਾਂਦੇ ਹੋਏ ਪਾਵੇਲ ਆਪਣੀ ਮਾਂ ਵੱਲ ਮੁੜਿਆ। ਸ਼ਨਿਚਰਵਾਰ ਸ਼ਹਿਰੋਂ ਕੁਝ ਲੋਕ ਮੈਨੂੰ ਮਿਲਣ ਆ ਰਹੇ ਨੇ, ਉਹਨੇ ਕਿਹਾ। ਸ਼ਹਿਰੋਂ? ਉਹਦੀ ਮਾਂ ਨੇ ਗੱਲ ਦੁਹਰਾਈ ਅਤੇ ਅਚਨਚੇਤ ਡੁਸਕਣ ਲੱਗ ਪਈ। ਕੀ ਗੱਲ ਏ ਮਾਂ? ਪਾਵੇਲ ਨੇ ਖਿਝ ਕੇ ਉੱਚੀ ਜਿਹੇ ਕਿਹਾ। ਮਾਂ ਨੇ ਆਪਣੀ ਅੱਖਾਂ ਆਪਣੇ ਉਤੇਰਨ ਨਾਲ ਪੂੰਝੀਆਂ। ਪਤਾ ਨਹੀਂ, ਉਹਨੇ ਹੌਂਕਾ ਲੈ ਕੇ ਕਿਹਾ। ਕੋਈ ਖਾਸ ਗੱਲ ਨਹੀਂ। ਡਰਦੀ ਏ? ਹਾਂ, ਉਹਨੇ ਇਕਬਾਲ ਕੀਤਾ। ਉਹ ਉਹਦੇ ਵੱਲ ਝੁਕਿਆ ਤੇ ਆਪਣੇ ਪਿਓ ਦੇ ਢੰਗ ਵਿੱਚ ਖਰਵੀ ਤਰ੍ਹਾਂ ਬੋਲਿਆ। ਡਰ ਹੀ ਤਾਂ ਸਾਨੂੰ ਤਬਾਹ ਕਰਦਾ, ਉਹਨੇ ਕਿਹਾ, ਅਤੇ ਜਿਹੜੇ ਸਾਡੇ ਉੱਤੇ ਧੌਂਸ ਜਮਾਉਂਦੇ ਨੇ ਉਹ ਸਾਡੇ ਡਰ ਨੂੰ ਵਰਤਦੇ ਨੇ ਅਤੇ ਸਾਨੂੰ ਦਬਾਈ ਰੱਖਦੇ ਨੇ। ਗੁੱਸੇ ਨਾ ਹੋ, ਉਹਦੀ ਮਾਂ ਨੇ ਨਾ ਖੁਸ਼ੀ ਨਾਲ ਰੋ ਕੀਤੀ। ਮੈਂ ਡਰਾਂ ਨਾ ਤਾਂ ਹੋਰ ਕੀ ਕਰਾਂ? ਸਾਰੀ ਉਮਰ ਮੈਂ ਡਰਦੀ ਰਹੀ ਵਾਂ। ਮੇਰੀ ਰੂਹ ਉੱਤੇ ਥਾਂ ਡਰ ਉੱਗਿਆ ਹੋਇਆ। ਮੈਨੂੰ ਅਫਸੋਸ ਹੈ, ਪਰ ਇਹ ਇੱਕੋ ਇੱਕ ਰਾਹ ਹੈ, ਉਹਨੇ ਵਧੇਰੇ ਨਰਮ ਆਵਾਜ਼ ਵਿੱਚ ਕਿਹਾ। ਫਿਰ ਉਹ ਚਲਾ ਗਿਆ। ਤਿੰਦੇ ਨੂੰ ਡਰੀ ਅਤੇ ਕੰਬਦੀ ਰਹੀ। ਹਰ ਵਾਰ ਜਦੋਂ ਉਹਨੂੰ ਖਿਆਲ ਆਉਂਦਾ ਇਹ ਅਜੀਬ ਅਤੇ ਭਿਆਨਕ ਲੋਕ ਉਹਦੇ ਘਰ ਆਉਣ ਵਾਲੇ ਹਨ ਤਾਂ ਉਹ ਤ੍ਰਭਕ ਪੈਂਦੀ। ਉਨਾ ਹੀ ਉਹਦੇ ਪੁੱਤਰ ਨੂੰ ਉਹ ਰਾਹ ਵਿਖਾਇਆ ਸੀ ਜਿਸ ਉੱਤੇ ਉਹ ਚੱਲ ਰਿਹਾ ਸੀ। ਸ਼ਨਿਚਰਵਾਰ ਸ਼ਾਮ ਪਾਵੇਲ ਕਾਰਖਾਨੇ ਤੋਂ ਘਰ ਆਇਆ, ਮੂੰਹ ਹੱਥ ਧੋਤਾ, ਕੱਪੜੇ ਬਦਲੇ ਅਤੇ ਫਿਰ ਬਾਹਰ ਚਲਾ ਗਿਆ। ਜੇ ਕੋਈ ਆਵੇ ਤਾਂ ਕਹਿ ਦੇਈਂ ਮੈਂ ਹੁਣੇ ਮੁੜਦਾ, ਉਹਨੇ ਆਪਣੀ ਮਾਂ ਵੱਲ ਵੇਖੇ ਬਿਨਾਂ ਕਿਹਾ। ਅਤੇ ਹੁਣ ਡਰਨਾ ਛੱਡ ਵੀ ਦੇ।
ਉਹ ਨਿਢਾਲ ਜਿਹੀ ਬੈਂਚ ਉੱਤੇ ਡਿੱਗ ਪਈ। ਪਾਵੇਲ ਨੇ ਖਫਗੀ ਨਾਲ ਉਹਦੇ ਵੱਲ ਵੇਖਿਆ। ਸ਼ਾਇਦ ਤੂੰ ਅੱਜ ਦੀ ਰਾਤ ਕਿਧਰੇ ਹੋਰ ਥਾਂ ਚਲੀ ਜਾਵੇਂਗੀ, ਉਹਨੇ ਸਲਾਹ ਦਿੱਤੀ। ਉਹਦੀ ਗੱਲ ਸੁਣ ਕੇ ਉਹਨੂੰ ਦੁੱਖ ਹੋਇਆ। ਆਪਣਾ ਸਿਰ ਨਾਂਹ ਵਿੱਚ ਹਿਲਾ ਕੇ ਉਹਨੇ ਕਿਹਾ, ਨਹੀਂ, ਭਲਾ ਮੈਂ ਕਿਉਂ ਜਾਵਾਂ। ਨਵੰਬਰ ਦਾ ਅਖੀਰ ਸੀ। ਦਿਨੇ ਯੱਖ ਹੋਈ ਭੌ ਉੱਤੇ ਬਰੀਕ ਸੁੱਕੀ ਬਰਫ਼ ਪਈ ਸੀ ਅਤੇ ਉਹ ਆਪਣੇ ਦੂਰ ਜਾਂਦੇ ਪੁੱਤਰ ਦੇ ਪੈਰਾਂ ਹੇਠ ਇਹਦੀ ਕ੍ਰਿਚ ਸੁਣ ਰਹੀ ਸੀ। ਬਾਰੀਆਂ ਦੇ ਸ਼ੀਸ਼ਿਆਂ ਨਾਲ ਇੱਕ ਦੋਖੀ ਹਨੇਰਾ ਚੰਬੜਿਆ ਹੋਇਆ ਛੇੜਿਆ ਹੋਇਆ ਸੀ। ਉਹ ਆਪਣੇ ਦੋਹਾਂ ਹੱਥਾਂ ਨਾਲ ਬੈਂਚ ਨੂੰ ਘੁੱਟ ਕੇ ਫੜੀ ਨਜ਼ਰਾਂ ਬੂਹੇ ਉੱਤੇ ਗੱਡੀ ਬੈਠੀ ਰਹੀ। ਉਹਨੇ ਵਿਚਾਰਿਆ ਕਿ ਭੈੜੇ ਲੋਕ ਇੰਨਾ ਅਜੀਬ ਕੱਪੜੇ ਪਾਏ ਹੋਏ ਹਨੇਰੇ ਵਿੱਚੋਂ ਉੱਡਦੇ ਅਤੇ ਚਾਰੇ ਪਾਸੇ ਵੇਖਦੇ ਹੋਏ ਚੋਰੀ ਆ ਰਹੇ ਸਨ। ਹੁਣ ਕੋਈ ਮਕਾਨ ਦੀ ਨੁੱਕਰ ਦਵਾਲਿਓਂ ਚੋਰੀ ਆ ਰਿਹਾ ਸੀ। ਉਂਗਲਾਂ ਕੰਧਾਂ ਨੂੰ ਟੋਹ ਰਹੀਆਂ ਸਨ। ਉਹਨੇ ਕਿਸੇ ਨੂੰ ਕਿਸੇ ਧੁੰਦ ਦੀ ਸੀਟੀ ਵਜਾਉਂਦਿਆਂ ਸੁਣਿਆ। ਆਵਾਜ਼ ਹਨੇਰੇ ਅਤੇ ਚੁੱਪ ਵਿੱਚ ਪਤਲੇ ਜਿਹੇ ਵੱਲ ਖਾ ਰਹੀ ਸੀ, ਸੋਗੀ ਅਤੇ ਸੁਰੀਲੀ, ਜਿਵੇਂ ਕੁਝ ਢੂੰਡ ਰਹੀ ਹੋਵੇ, ਸਦਾ ਵਧੇਰੇ ਨੇੜੇ ਆਉਂਦੀ। ਅਚਨਚੇਤ ਇਹ ਐਨ ਬਾਰੀ ਦੇ ਕੋਲ ਆ ਕੇ ਰੁਕ ਗਈ, ਜਿਵੇਂ ਕੰਧ ਦੀ ਲੱਕੜ ਵਿੱਚ ਖੁੱਭ ਗਈ ਹੋਵੇ। ਡਿਉਢੀ ਵਿੱਚ ਪੈਰ ਰਗੜਨ ਦੀ ਆਵਾਜ਼ ਆਈ। ਮਾਂ ਤ੍ਰਪਕ ਪਈ। ਉਹਦੇ ਭਰਵੱਟੇ ਤਣਾਅ ਨਾਲ ਉੱਠੇ ਹੋਏ ਸਨ। ਦਰਵਾਜ਼ਾ ਖੁੱਲਿਆ। ਪਹਿਲਾਂ ਇੱਕ ਵੱਡੀ ਜੱਤਲ ਟੋਪੀ ਨਾਲ ਕੱਜਿਆ ਸਿਰ ਅੰਦਰ ਆਇਆ, ਫਿਰ ਇੱਕ ਲੰਮੀ ਦੇ ਉੜ ਕੇ ਨੀਵੇਂ ਦਰਵਾਜ਼ੇ ਵਿੱਚੋਂ ਅੰਦਰ ਆਈ ਅਤੇ ਸਿੱਧੀ ਹੋ ਗਈ। ਕਾਲ ਕੀਤੇ ਬਿਨਾਂ ਸੱਜਾ ਹੱਥ ਸ਼ੁਭ ਇਸ਼ਾਵਾਂ ਦਿੰਦਾ ਉੱਪਰ ਉੱਠਿਆ। ਸੁਰੀਲੇ ਲੰਬੇ ਸਾਹ ਦੀ ਆਵਾਜ਼ ਆਈ ਅਤੇ ਇੱਕ ਡੂੰਘੀ ਖਰਵੀਂ ਆਵਾਜ਼ ਨੇ ਕਿਹਾ, ਸ਼ੁਭ ਸ਼ਾਮ। ਮਾਂ ਜਵਾਬ ਦਿੱਤੇ ਬਿਨਾਂ ਝੁਕੀ। ਪਾਵੇਲ ਘਰੇ ਹੈ। ਉੱਪਰੋਂ ਬੰਦੇ ਨੇ ਹੌਲੀ ਆਪਣਾ ਚਰੂ ਦਾ ਨਿੱਕਾ ਕੋਟ ਲਾਹਿਆ। ਇੱਕ ਲੱਤ ਉੱਪਰ ਚੁੱਕ ਕੇ ਟੋਪੀ ਨਾਲ ਆਪਣੇ ਬੂਟ ਤੋਂ ਬਰਫ਼ ਝਾੜੀ, ਦੂਜੀ ਲੱਤ ਨਾਲ ਵੀ ਅਜਿਹਾ ਹੀ ਕੀਤਾ। ਆਪਣੀ ਟੋਪੀ ਇੱਕ ਨੁੱਕਰੇ ਦੇ ਮਾਰੀ ਅਤੇ ਆਪਣੇ ਲੰਮੇ ਪੈਰਾਂ ਉੱਤੇ ਝੂਮਦਾ ਹੋਇਆ ਕਮਰੇ ਦੇ ਦੂਜੇ ਪਾਸੇ ਚਲਾ ਗਿਆ। ਉਹਨੇ ਇੱਕ ਕੁਰਸੀ ਵੱਲ ਧਿਆਨ ਨਾਲ ਵੇਖਿਆ, ਜਿਵੇਂ ਆਪਣੇ ਆਪ ਨੂੰ ਯਕੀਨ ਕਰਵਾ ਰਿਹਾ ਹੋਵੇ ਕਿ ਇਹ ਉਹਦਾ ਭਾਰ ਸਹਾਰ ਲਵੇਗੀ। ਫਿਰ ਬਹਿ ਗਿਆ ਤੇ ਆਪਣਾ ਮੂੰਹ ਹੱਥ ਨਾਲ ਕੱਜ ਕੇ ਉਬਾਸੀ ਲਈ। ਉਹਦਾ ਸਿਰ ਐਨ ਗੋਲ ਸ਼ਕਲ ਦਾ ਸੀ, ਜਿਸ ਉੱਤੇ ਨਿੱਕੇ ਕੁਤਰੇ ਹੋਏ ਵਾਲ ਸਨ। ਮੁੱਛਾਂ ਤੋਂ ਸਿਵਾ, ਜਿਨ੍ਹਾਂ ਦੇ ਸਿਰੇ ਹੇਠਾਂ ਲਮਕ ਰਹੇ ਸਨ। ਉਹਦਾ ਮੂੰਹ ਸਫਾਚਟ ਸੀ। ਉਹਨੇ ਆਪਣੀਆਂ ਵੱਡੀਆਂ ਉਭਰੀਆਂ ਭੂਰੀਆਂ ਅੱਖਾਂ ਨਾਲ ਕਮਰੇ ਨੂੰ ਘੋਖਿਆ। ਇਹ ਕੁੱਲੀ ਤੁਹਾਡੀ ਆਪਣੀ ਹੈ ਜਾਂ ਕਿਰਾਏ ਤੇ ਲਈ ਹੈ? ਉਹਨੇ ਆਪਣੀਆਂ ਲੱਤਾਂ ਵੱਲ ਕੇ ਅਤੇ ਕੁਰਸੀ ਉੱਤੇ ਅੱਗੇ ਪਿੱਛੇ ਝੂਲਦੇ ਹੋਏ ਪੁੱਛਿਆ। ਅਸਾਂ ਕਿਰਾਏ ਤੇ ਲਈ ਹੈ, ਮਾਂ ਨੇ ਜਵਾਬ ਦਿੱਤਾ, ਜਿਹੜੀ ਉਹਦੇ ਸਾਹਮਣੇ ਬੈਠੀ ਸੀ। ਕੋਈ ਬਹੁਤ ਚੰਗੀ ਥਾਂ ਤਾਂ ਨਹੀਂ, ਉਹਨੇ ਟਿੱਪਣੀ ਕੀਤੀ। ਪਾਸ਼ਾ ਆਉਂਦਾ ਹੀ ਹੋਣਾ, ਤੂੰ ਜਰਾ ਉਡੀਕ। ਇਹੋ ਤਾਂ ਮੈਂ ਕਰ ਰਿਹਾ, ਵੱਡੇ ਮਨੁੱਖ ਨੇ ਠਰੰਮੇ ਨਾਲ ਉੱਤਰ ਦਿੱਤਾ। ਉਹਦੇ ਠਰੰਮੇ ਅਤੇ ਉਹਦੀ ਨਰਮ ਆਵਾਜ਼ ਅਤੇ ਸਾਦੇ ਮੂੰਹ ਨੇ ਮਾਂ ਨੂੰ ਤਸੱਲੀ ਦਿਵਾਈ। ਉਹਦੀ ਦਿੱਖ ਖਰੀ ਅਤੇ ਮਿੱਤਰਾਂ ਵਾਲੀ ਸੀ ਅਤੇ ਉਹਦੀਆਂ ਨਿਰਮਲ ਅੱਖਾਂ ਦੀਆਂ ਡੂੰਘਾਈਆਂ ਵਿੱਚ ਖੇੜੇ ਦੀਆਂ ਚੰਗਿਆੜੀਆਂ ਨੱਚ ਰਹੀਆਂ ਸਨ। ਉਹਦੀ ਸਾਰੀ ਦੇਹ ਵਿੱਚ ਜਿਹੜੀ ਐਨੀ ਨੁਕੀਲੀ, ਢਿੱਲੀ ਢਾਲੀ ਅਤੇ ਲੰਮੀਆਂ ਲੱਤਾਂ ਵਾਲੀ ਸੀ, ਕੁਝ ਜਿੱਤ ਲੈਣ ਵਾਲਾ ਸੀ। ਉਹਨੇ ਨੀਲੀ ਕੁੜਤੀ ਅਤੇ ਆਪਣੇ ਬੂਟਾਂ ਦੇ ਉੱਪਰਲੇ ਹਿੱਸੇ ਵਿੱਚ ਤੁੰਨੀ ਹੋਈ ਚੌੜੀ ਕਾਲੀ ਪਤਲੂਨ ਪਹਿਨੀ ਹੋਈ ਸੀ। ਉਹ ਉਸ ਤੋਂ ਪੁੱਛਣਾ ਚਾਹੁੰਦੀ ਸੀ ਕਿ ਉਹ ਕੌਣ ਹੈ ਅਤੇ ਕਿੱਥੋਂ ਆਇਆ ਹੈ ਅਤੇ ਕੀ ਉਹ ਉਹਦੇ ਪੁੱਤਰ ਨੂੰ ਲੰਮੇ ਸਮੇਂ ਤੋਂ ਜਾਣਦਾ ਹੈ। ਪਰ ਅਚਨਚੇਤ ਉਹ ਅੱਗੇ ਵੱਲ ਝੁਕਿਆ ਅਤੇ ਪਹਿਲਾਂ ਆਪ ਹੀ ਬੋਲ ਪਿਆ। ਤੈਨੂੰ ਮੱਥੇ ਉੱਤੇ ਅਜਿਹੀ ਸੱਟ ਕਿਸ ਨੇ ਲਾਈ ਸੀ ਨੈਣਕੋ? ਉਹਨੇ ਪੁੱਛਿਆ। ਉਹਦੀ ਆਵਾਜ਼ ਨਰਮ ਸੀ ਅਤੇ ਉਹਦੀਆਂ ਅੱਖਾਂ ਮੁਸਕਰਾ ਰਹੀਆਂ ਸਨ, ਪਰ ਉਹ ਉਹਦੇ ਸਵਾਲ ਤੇ ਨਾਰਾਜ਼ ਹੋ ਗਈ ਸੀ। ਗੱਭਰੂਆ, ਤੈਨੂੰ ਇਹਦੇ ਨਾਲ ਕੀ? ਉਹਨੇ ਮੀਟੇ ਹੋਠਾਂ ਵਿੱਚੋਂ ਠੰਡੀ ਸੁਲਗਦਾ ਨਾਲ ਕਿਹਾ। ਗੁੱਸੇ ਨਾ ਹੋ, ਉਹਨੇ ਆਪਣੀ ਸਾਰੀ ਦੇਹ ਉਹਦੇ ਵੱਲ ਉਲਾਰਦੇ ਹੋਏ ਕਿਹਾ। ਮੈਂ ਤਾਂ ਬਸ ਇਸ ਕਰਕੇ ਪੁੱਛਿਆ ਕਿ ਮੇਰੀ ਦੁੱਧ ਮਾਂ ਦੇ ਵੀ ਤੇਰੇ ਜਿਹਾ ਹੀ ਨਿਸ਼ਾਨ ਸੀ। ਇਹ ਉਸ ਬੰਦੇ ਨੇ ਲਾਇਆ ਸੀ ਜਿਸ ਦੇ ਨਾਲ ਉਹ ਰਹਿੰਦੀ ਸੀ। ਮੋਚੀ ਸੀ ਉਹ। ਉਹਨੇ ਉਹਨੂੰ ਕਲਬੂਤ ਨਾਲ ਕੁੱਟਿਆ ਸੀ। ਉਹ ਧੋਬਨ ਸੀ ਅਤੇ ਉਹ ਮੋਚੀ। ਪਤਾ ਨਹੀਂ ਬਦਕਿਸਮਤੀ ਨਾਲ ਮੇਰੀ ਮਾਂ ਨੂੰ ਉਹ ਕਿੱਥੋਂ ਲੱਭ ਪਿਆ। ਪੱਕਾ ਪਿਆਕੜ ਸੀ ਉਹ। ਇਹ ਕੰਮ ਉਹਨੇ ਮੈਨੂੰ ਗੋਦ ਲੈਣ ਪਿੱਛੋਂ ਕੀਤਾ। ਉਹ ਉਹਨੂੰ ਕੁੱਟਦਾ ਹੁੰਦਾ ਸੀ। ਡਰ ਦੇ ਮਾਰੇ ਮੇਰੀਆਂ ਅੱਖਾਂ ਉੱਬਲ ਪੈਂਦੀਆਂ।
ਮਾਂ ਉਹਦੇ ਇਸ ਤਰ੍ਹਾਂ ਆਪਣੇ ਭੇਤ ਸਾਂਝੇ ਕਰਨ ਤੇ ਘਾਬਰ ਗਈ ਅਤੇ ਡਰਨ ਲੱਗ ਪਈ ਕਿ ਇਸ ਸਿੱਧੜ ਨਾਲ ਇਉਂ ਤਿੱਖੀ ਗੱਲ ਕਰਨ ਕਾਰਨ ਪਵੇਲ ਉਹਦੇ ਨਾਲ ਗੁੱਸੇ ਹੋਵੇਗਾ। ਮੈਂ ਗੁੱਸੇ ਤਾਂ ਉੱਕਾ ਹੀ ਨਹੀਂ ਸਾਂ, ਉਹਨੇ ਦੋਸ਼ੀ ਮੁਸਕਾਨ ਨਾਲ ਕਿਹਾ। ਪਰ ਤੂੰ ਇੰਨਾ ਅਚਾਨਕ ਪੁੱਛ ਲਿਆ। ਮੇਰੇ ਵੀ ਮਰਦ ਨੇ ਹੀ ਕੀਤਾ ਸੀ, ਰੱਬ ਉਹਨੂੰ ਜੰਨਤ ਨਸੀਬ ਕਰੇ। ਤੂੰ ਤਾਂ ਤਾਰੇ। ਉਸ ਬੰਦੇ ਨੇ ਆਪਣੀਆਂ ਲੱਤਾਂ ਜ਼ੋਰ ਨਾਲ ਇੱਕਦਮ ਹਿਲਾਈਆਂ ਅਤੇ ਇੰਨਾ ਖੁੱਲ੍ਹ ਕੇ ਮੁਸਕਰਾਇਆ ਕਿ ਉਹਦੇ ਕੰਨ ਹਿੱਲ ਗਏ। ਫਿਰ ਉਹਨੇ ਮੂੰਹ ਗੰਭੀਰ ਬਣਾ ਕੇ ਕਿਹਾ, ਨਹੀਂ, ਹਜੇ ਨਹੀਂ। ਤੇਰੀ ਬੋਲੀ ਰੂਸੀ ਨਹੀਂ ਜਾਪਦੀ। ਮਾਂ ਨੇ ਉਹਦੇ ਨਿੱਕੇ ਜਿਹੇ ਮਖੌਲ ਤੇ ਹੱਸਦੇ ਹੋਏ ਗੱਲ ਸਮਝਾਈ। ਇਹ ਤਾਂ ਰੂਸੀ ਤੋਂ ਵੀ ਚੰਗੀ ਏ। ਮਹਿਮਾਨ ਨੇ ਖਿੜੇ ਨਾਲ ਕਿਹਾ, ਮੈਂ ਕਾਨੇਵ ਦਾ ਖਖੋਲ ਹਾਂ। ਇੱਥੇ ਚਿਰ ਤੋਂ ਏ। ਸ਼ਹਿਰ ਵਿੱਚ ਸਾਲ ਕੁ ਰਿਹਾ, ਪਰ ਕਾਰਖਾਨੇ ਵਿੱਚ ਆਇਆ ਮਹੀਨਾ ਕੁ ਹੋਇਆ। ਇੱਥੇ ਕਈ ਚੰਗੇ ਲੋਕ ਨੇ। ਤੇਰਾ ਪੁੱਤਰ ਤੇ ਕੁਝ ਹੋਰ। ਸੋ ਮੇਰਾ ਖਿਆਲ ਹੈ ਮੈਂ ਇੱਥੇ ਹੀ ਟਿਕ ਜਾਵਾਂਗਾ, ਉਹਨੇ ਆਪਣੀ ਮੁੱਛ ਖਿੱਚਦੇ ਹੋਏ ਕਿਹਾ। ਉਹ ਉਹਨੂੰ ਚੰਗਾ ਲੱਗਾ ਅਤੇ ਉਹਦਾ ਜੀ ਕੀਤਾ ਕਿ ਉਹਨੇ ਉਹਦੇ ਪੁੱਤਰ ਬਾਰੇ ਜਿਹੜੀ ਗੱਲ ਕਹੀ ਹੈ ਉਹਦੇ ਬਦਲੇ ਕੁਝ ਦੇਵੇ। ਚਾਹ ਦਾ ਗਲਾਸ ਪੀਵੇਂਗਾ? ਮਾਂ ਨੇ ਕਿਹਾ। ਇਕੱਲੇ ਹੀ? ਉਹਨੇ ਮੋਢੇ ਸੰਗੋੜ ਕੇ ਜਵਾਬ ਦਿੱਤਾ। ਬਾਕੀ ਵੀ ਆ ਲੈਣ, ਫਿਰ ਤੂੰ ਸਾਨੂੰ ਖਵਾ ਪਿਆ ਲਈ। ਉਹਦੀ ਗੱਲ ਨੇ ਉਹਨੂੰ ਆਪਣੇ ਤੌਖਲੇ ਯਾਦ ਕਰਵਾ ਦਿੱਤੇ। ਜੇ ਬਾਕੀ ਸਾਰੇ ਵੀ ਇਹਦੇ ਜਿਹੇ ਹੀ ਹੋਣ, ਉਹਨੇ ਨਿੱਘ ਨਾਲ ਸੋਚਿਆ। ਇੱਕ ਵਾਰ ਫਿਰ ਉਹਨੇ ਡਿਉੜੀ ਵਿੱਚ ਪੈਰਾਂ ਦੀ ਆਵਾਜ਼ ਸੁਣੀ। ਦਰਵਾਜ਼ਾ ਚੁਪਾਟ ਖੁੱਲਿਆ ਅਤੇ ਮਾਂ ਫਿਰ ਖੜੀ ਹੋ ਗਈ। ਪਰ ਉਹ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਇੱਕ ਕੁੜੀ ਰਸੋਈ ਵਿੱਚ ਆਈ। ਉਹ ਕੁਝ ਨਿੱਕੀ ਜਿਹੀ ਸੀ ਅਤੇ ਉਹਦਾ ਕਿਸਾਨਾ ਜਿਹਾ ਸਾਦਾ ਮੂੰਹ ਸੀ ਅਤੇ ਉਹਦੇ ਆਪਣੇ ਕੱਕੇ ਵਾਲ ਇੱਕੋ ਗੁੱਤ ਵਿੱਚ ਗੁੰਦੇ ਹੋਏ ਸਨ। ਮੈਨੂੰ ਦੇਰ ਤਾਂ ਨਹੀਂ ਹੋ ਗਈ? ਕੁੜੀ ਨੇ ਨਿੰਮੀ ਆਵਾਜ਼ ਵਿੱਚ ਪੁੱਛਿਆ। ਨਹੀਂ, ਖਖੋਲ ਨੇ ਦਰਵਾਜ਼ੇ ਵਿੱਚੋਂ ਝਾਕਦੇ ਹੋਏ ਜਵਾਬ ਦਿੱਤਾ। ਪੈਦਲ ਆਈ ਏ? ਹੋਰ ਕੀ, ਤੂੰ ਪਾਵੇਲ ਮਖਾਇਲੋਵਿਚ ਦੀ ਮਾਂ ਏ? ਮੇਰਾ ਨਾਂ ਨਿਤਾਸ਼ਾ ਏ। ਤੇ ਤੇਰਾ ਪਿਤਰੀ ਨਾਮ? ਮਾਂ ਨੇ ਪੁੱਛਿਆ। ਵਾਸਿਲੀਵਨਾ। ਤੇ ਤੇਰਾ? ਨਿਲੋਵਨਾ, ਪੇਲਾਗੀਆ ਨਿਲੋਵਨਾ। ਸੋ ਹੁਣ ਅਸੀਂ ਇੱਕ ਦੂਜੇ ਦੇ ਵਾਕਿਫ ਹੋ ਗਏ ਹਾਂ। ਹਾਂ, ਮਾਂ ਨੇ ਕੁੜੀ ਵੱਲ ਵੇਖ ਕੇ ਮੁਸਕਰਾਉਂਦੇ ਹੋਏ ਸਾਹ ਵਿੱਚ ਨਿੱਕਾ ਜਿਹਾ ਝਟਕਾ ਲੈਂਦੇ ਹੋਏ ਕਿਹਾ। ਠੰਡ ਏ? ਕੋਟ ਲਾਉਣ ਵਿੱਚ ਕੁੜੀ ਦਾ ਹੱਥ ਵਟਾਉਂਦੇ ਹੋਏ ਖਖੋਲ ਨੇ ਕਿਹਾ। ਬਹੁਤ ਹੀ। ਖੇਤਾਂ ਵਿੱਚ ਕਹੀ ਹਵਾ ਵਗ ਰਹੀ ਏ। ਉਹਦੀ ਆਵਾਜ਼ ਭਰਪੂਰ ਅਤੇ ਸਾਫ਼ ਸੀ। ਉਹਦਾ ਮੂੰਹ ਨਿੱਕਾ ਸੀ, ਬੁੱਲ੍ਹ ਭਰਵੇਂ ਸਨ ਅਤੇ ਕੁੱਲ ਮਿਲਾ ਕੇ ਉਹਦੀ ਦੇਹ ਕਿਸੇ ਆੜੂ ਵਾਂਗ ਗੋਲ ਅਤੇ ਨਰੋਈ ਸੀ। ਕੋਟ ਲਾ ਕੇ ਉਹਨੇ ਆਪਣੇ ਨਿੱਕੇ ਠੰਡ ਕਾਰਨ ਸੁੱਜੇ ਹੱਥਾਂ ਨਾਲ ਆਪਣੀਆਂ ਗੁਲਾਬੀ ਗੱਲਾਂ ਨੂੰ ਮਲਿਆ ਅਤੇ ਕਾਲੀ ਕਾਲੀ ਦੂਜੇ ਕਮਰੇ ਵਿੱਚ ਚਲੀ ਗਈ। ਉਹਦੀਆਂ ਅੱਡੀਆਂ ਫਰਸ਼ ਉੱਤੇ ਤਿੱਖੀ ਖੜਖੜ ਕਰ ਰਹੀਆਂ ਸਨ। ਇਹਨੇ ਤਾਂ ਗਾਲੋਸ਼ੇ ਵੀ ਨਹੀਂ ਪਾਏ ਹੋਏ, ਮਾਂ ਨੇ ਦਿਲ ਹੀ ਦਿਲ ਵਿੱਚ ਕਿਹਾ। ਪਰ ਕੁੜੀ ਨੇ ਕੰਬਦੇ ਹੋਏ ਕਿਹਾ, ਮੈਂ ਤਾਂ ਠੰਡ ਨਾਲ ਯੱਕ ਹੋ ਗਈ ਹਾਂ। ਲੈ, ਮੈਂ ਹੁਣੇ ਸਾਮਾਵਰ ਗਰਮ ਕਰਦੀ ਵਾਂ। ਮਾਂ ਨੇ ਕਾਲੀ ਕਾਲੀ ਰਸੋਈ ਵੱਲ ਜਾਂਦੇ ਹੋਏ ਕਿਹਾ। ਬਸ ਇੱਕ ਮਿੰਟ। ਉਹਨੂੰ ਜਾਪਿਆ ਕਿ ਉਹ ਇਸ ਕੁੜੀ ਦੀ ਚਿਰਾਂ ਤੋਂ ਵਾਕਿਫ ਸੀ ਅਤੇ ਉਹਨੂੰ ਉਹਦੇ ਉੱਤੇ ਮਾਵਾਂ ਵਾਲਾ ਸੋਹਣਾ ਅਤੇ ਹਮਦਰਦੀ ਵਾਲਾ ਪਿਆਰ ਆ ਗਿਆ। ਨਾਲ ਦੇ ਕਮਰੇ ਵਿੱਚ ਹੋ ਰਹੀਆਂ ਗੱਲਾਂ ਸੁਣਦੇ ਸੁਣਦੇ ਉਹਦੇ ਬੁੱਲ੍ਹਾਂ ਉੱਤੇ ਇੱਕ ਮੁਸਕਾਨ ਖੇਡਣ ਲੱਗ ਪਈ। ਤੂੰ ਕਾਹਦੇ ਤੋਂ ਝੁਰ ਰਿਹਾ ਹੈ? ਨਾ ਖੋਦਕਾ? ਕੁੜੀ ਨੇ ਪੁੱਛਿਆ। ਕੋਈ ਖਾਸ ਗੱਲ ਨਹੀਂ, ਖਖੋਲ ਨੇ ਸ਼ਾਂਤੀ ਨਾਲ ਜਵਾਬ ਦਿੱਤਾ। ਇਸ ਵਿਧਵਾ ਦੀਆਂ ਅੱਖਾਂ ਸੋਹਣੀਆਂ ਨੇ ਤੇ ਮੈਂ ਸੋਚ ਰਿਹਾ ਸਾਂ ਕਿ ਸ਼ਾਇਦ ਮੇਰੀ ਮਾਂ ਦੀਆਂ ਵੀ ਅਜਿਹੀਆਂ ਹੀ ਸਨ। ਮੈਂ ਅਕਸਰ ਆਪਣੀ ਮਾਂ ਨੂੰ ਯਾਦ ਕਰਦਾ। ਮੇਰਾ ਖਿਆਲ ਹੈ ਉਹ ਜਿਉਂਦੀ ਏ। ਪਰ ਤੂੰ ਤਾਂ ਕਿਹਾ ਸੀ ਉਹ ਮਰ ਗਈ ਏ। ਉਹ ਮੇਰੀ ਦੁੱਧ ਮਾਂ ਸੀ। ਮੈਂ ਆਪਣੀ ਸਕੀ ਮਾਂ ਦੀ ਗੱਲ ਕਰ ਰਿਹਾ। ਸ਼ਾਇਦ ਉਹ ਕੀਵ ਦੀਆਂ ਸੜਕਾਂ ਉੱਤੇ ਕਿਧਰੇ ਭਿੱਖਿਆ ਮੰਗਦੀ ਫਿਰਦੀ ਹੋਵੇਗੀ ਅਤੇ ਵੋਦਕਾ ਪੀਂਦੀ, ਤੇ ਜਦੋਂ ਕਦੀ ਉਹ ਸ਼ਰਾਬੀ ਹੋ ਜਾਂਦੀ ਹੋਵੇਗੀ ਤਾਂ ਪੁਲਸੀਏ ਉਹਦੇ ਮੂੰਹ ਤੇ ਥੱਪੜ ਮਾਰਦੇ ਹੋਣਗੇ। ਵਿਚਾਰਾ ਮੁੰਡਾ, ਮਾਂ ਨੇ ਹੌਂਕਾ ਭਰ ਕੇ ਕਿਹਾ। ਨਤਾਸ਼ਾ ਨੇ ਕੋਈ ਤਿੱਖੀ, ਨਰਮ ਅਤੇ ਜੋਸ਼ੀਲੀ ਗੱਲ ਕਹੀ। ਇੱਕ ਵਾਰ ਫਿਰ ਖਖੋਲ ਦੀ ਆਵਾਜ਼ ਗੂੰਜੀ। ਤੂੰ ਹਜੇ ਬਾਲੜੀ ਏ? ਹਜੇ ਤਾਂ ਤੂੰ ਲੱਪ ਹੀ ਲੂਣ ਖਾਧਾ, ਉਹਨੇ ਕਿਹਾ। ਮਨੁੱਖ ਨੂੰ ਜਨਮ ਦੇਣਾ ਔਖਾ ਏ, ਪਰ ਉਹਨੂੰ ਸਾਊ ਬਣਨਾ ਸਿਖਾਉਣਾ ਹੋਰ ਵੀ ਔਖਾ ਹੈ। ਹਾਏ ਰੱਬਾ, ਮਾਂ ਦੇ ਮੂੰਹੋਂ ਨਿਕਲ ਗਿਆ। ਉਹਦਾ ਜੀ ਕਰਦਾ ਖਖੋਲ ਨੂੰ ਤਸੱਲੀ ਦੇ ਦੋ ਬੋਲ ਕਹੇ, ਪਰ ਦਰਵਾਜ਼ਾ ਹੌਲੀ ਹੌਲੀ ਖੁੱਲਿਆ ਅਤੇ ਨਿਕੋਲਾਈ
ਬੁੱਢੇ ਚੋਰ ਦਾਨੀਲੋ ਦਾ ਪੁੱਤਰ ਅੰਦਰ ਆਇਆ। ਨਿਕੋਲਾਈ ਸਾਰੀ ਬਸਤੀ ਵਿੱਚ ਅੜਬ ਪੁਣੇ ਲਈ ਮਸ਼ਹੂਰ ਸੀ। ਉਹ ਸਦਾ ਗਮਰੁੱਠ ਜਿਹਾ ਵੱਖ-ਵੱਖ ਰਹਿੰਦਾ ਅਤੇ ਲੋਕ ਇਸੇ ਕਾਰਨ ਉਹਨੂੰ ਛੇੜਦੇ। ਕੀ ਗੱਲ ਹੈ ਨਿਕੋਲਾਈ? ਮਾਂ ਨੇ ਹੈਰਾਨ ਹੋ ਕੇ ਪੁੱਛਿਆ। ਪਾਵੇਲ ਘਰੇ ਹੈ? ਆਪਣੇ ਚੌੜੇ ਮਾਤਾ ਦੇ ਦਾਗਾਂ ਵਾਲੇ ਮੂੰਹ ਨੂੰ ਆਪਣੇ ਹੱਥ ਦੀ ਤਲੀ ਨਾਲ ਪੂੰਝਦੇ ਹੋਏ ਉਹਨੇ ਸ਼ੁਭ ਇੱਛਾ ਆਖੇ ਬਗੈਰ ਪੁੱਛਿਆ। ਨਹੀਂ। ਉਹਨੇ ਕਮਰੇ ਵਿੱਚ ਝਾਤ ਮਾਰੀ ਅਤੇ ਫਿਰ ਅੰਦਰ ਚਲਾ ਗਿਆ। ਸ਼ੁਭ ਸ਼ਾਮ ਸਾਥੀਓ, ਉਹਨੇ ਕਿਹਾ। ਇਹ ਵੀ? ਮਾਂ ਨੇ ਅਪ੍ਰਸੰਨਤਾ ਨਾਲ ਸੋਚਿਆ ਅਤੇ ਉਹ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਨਿਤਾਸ਼ਾ ਨੇ ਉਹਦੇ ਨਾਲ ਇਉਂ ਹੱਥ ਮਿਲਾਇਆ ਜਿਵੇਂ ਉਹ ਉਹਨੂੰ ਵੇਖ ਕੇ ਖੁਸ਼ ਹੋਈ ਹੋਵੇ। ਨਿਕੋਲਾਈ ਤੋਂ ਪਿੱਛੋਂ ਦੋ ਹੋਰ ਆਏ। ਉਹ ਦੋਵੇਂ ਬਸ ਮੁੰਡੇ ਹੀ ਸਨ। ਮਾਂ ਉਹਨਾਂ ਵਿੱਚੋਂ ਇੱਕ ਨੂੰ ਜਾਣਦੀ ਸੀ। ਤਿੱਖੇ ਨਕਸ਼ਾਂ ਉਭਰਵੇਂ ਮੱਥੇ ਨਾਲ ਘੁੰਗਰਾਨੇ ਵਾਲਾਂ ਵਾਲਾ ਫਿਓਦੋਰ ਕਾਰਖਾਨੇ ਦੇ ਪੁਰਾਣੇ ਕਿਰਤੀ ਸੰਜੋਗ ਦਾ ਭਤੀਜਾ। ਦੂਜਾ ਸੰਗਾਊ ਸੀ ਅਤੇ ਉਹਨੇ ਆਪਣੇ ਵਾਲ ਸਿਰ ਉੱਤੇ ਸਿੱਧੇ ਅਤੇ ਦਬਾ ਕੇ ਵਾਏ ਹੋਏ ਸਨ। ਉਹ ਉਹਨੂੰ ਜਾਣਦੀ ਨਹੀਂ ਸੀ, ਪਰ ਉਹਦੇ ਤੋਂ ਡਰਨ ਵਾਲੀ ਕੋਈ ਗੱਲ ਨਹੀਂ ਸੀ ਜਾਪਦੀ। ਅਖੀਰ ਪਾਵੇਲ ਆ ਗਿਆ। ਉਹਦੇ ਨਾਲ ਕਾਰਖਾਨੇ ਦੇ ਦੋ ਕਿਰਤੀ ਸਨ ਜਿਨ੍ਹਾਂ ਨੂੰ ਉਹ ਜਾਣਦੀ ਸੀ। ਸਾਮਾਵਰ ਗਰਮ ਕਰ ਰਹੀ ਏ, ਮਾਂ ਪਾਵੇਲ ਨੇ ਸਨੇਹ ਨਾਲ ਕਿਹਾ। ਕਿੰਨੀ ਚੰਗੀ ਹੈ ਤੂੰ। ਲੈ ਜਾ ਕੇ ਕੁਝ ਵੋਦਕਾ ਲੈ ਆਵਾਂ? ਮੈਂ ਜਾ ਕੇ ਕੁਝ ਵੋਦਕਾ ਲੈ ਆਵਾਂ? ਮਾਂ ਨੇ ਕਿਹਾ। ਉਹ ਸੋਚ ਰਹੀ ਸੀ ਕਿ ਕਿਸ ਅਜਿਹੀ ਗੱਲ ਲਈ ਜਿਸ ਨੂੰ ਉਹ ਬਿਆਨ ਨਹੀਂ ਸੀ ਕਰ ਸਕਦੀ ਆਪਣਾ ਸ਼ੁਕਰਾਨਾ ਕਿਵੇਂ ਅਦਾ ਕਰੇ। ਨਹੀਂ, ਅਸੀਂ ਪੀਂਦੇ ਨਹੀਂ, ਪਾਵੇਲ ਨੇ ਪਿਆਰ ਭਰੀ ਮੁਸਕਾਨ ਨਾਲ ਜਵਾਬ ਦਿੱਤਾ। ਉਹਨੂੰ ਵਿਚਾਰ ਔੜਿਆ ਕਿ ਉਹਦੇ ਪੁੱਤਰ ਨੇ ਇਸ ਇਕੱਠ ਦੇ ਖਤਰੇ ਬਾਰੇ ਅਤਕਥਨੀ ਕੀਤੀ ਸੀ ਤਾਂ ਜੋ ਉਹ ਉਹਦਾ ਠੱਠਾ ਉਡਾ ਸਕੇ। ਇਹ ਨੇ ਉਹ ਲੋਕ ਜਿਨ੍ਹਾਂ ਉੱਤੇ ਪਾਬੰਦੀ ਲੱਗੀ ਏ? ਉਹਨੇ ਦੱਬੀ ਜ਼ੁਬਾਨ ਵਿੱਚ ਪੁੱਛਿਆ। ਹਾਂ, ਇਹੋ ਨੇ, ਪਾਵੇਲ ਨੇ ਮਲਕੜੇ ਜਿਹੇ ਦੂਜੇ ਕਮਰੇ ਵਿੱਚ ਜਾਂਦੇ ਹੋਏ ਕਿਹਾ। ਐਵੇਂ ਜੱਬਲਾਂ ਮਾਰਦਾ? ਉਹਨੇ ਪਿਆਰ ਨਾਲ ਉਹਦੇ ਪਿੱਛੇ ਕਿਹਾ ਅਤੇ ਫਿਰ ਤੁਰਟ ਕੇ ਬੋਲੀ। ਹਜੇ ਤਾਂ ਉਹ ਨਿਆਣਾ ਹੀ ਏ। ਅੰਕ 6ਵਾਂ। ਜਦੋਂ ਸਾਮਾਵਰ ਭੱਖ ਗਿਆ ਤਾਂ ਮਾਂ ਇਹਨੂੰ ਕਮਰੇ ਵਿੱਚ ਲੈ ਗਈ। ਪ੍ਰਾਹੁਣੇ ਮੇਜ਼ ਦੁਆਲੇ ਬੈਠੇ ਸਨ ਅਤੇ ਇੱਕ ਨੁਕਰੇ ਨਿਤਾਸ਼ਾ ਲੈਂਪ ਦੇ ਹੇਠਾਂ ਕਿਤਾਬ ਲੈ ਕੇ ਬੈਠੀ ਸੀ। ਇਹ ਜਾਣਨ ਲਈ ਕਿ ਲੋਕਾਂ ਦਾ ਜੀਵਨ ਇੰਨਾ ਕਠਿਨ ਕਿਉਂ ਹੈ, ਨਿਤਾਸ਼ਾ ਨੇ ਕਿਹਾ, ਅਤੇ ਉਹ ਆਪ ਇੰਨੇ ਕਠੋਰ ਕਿਉਂ ਨੇ। ਖਗੋਲ ਨੇ ਵਾਅਦਾ ਕੀਤਾ। ਇਹ ਲਾਜ਼ਮੀ ਹੈ ਕਿ ਅਸੀਂ ਉਹਨਾਂ ਦੇ ਸਮਾਜੀ ਮੁੱਢ ਨੂੰ ਵੇਖੀਏ। ਤਾਂ ਫਿਰ ਵੇਖੋ ਮੇਰੇ ਬੱਚਿਓ, ਜ਼ਰੂਰ ਵੇਖੋ, ਚਾਹ ਬਣਾਉਂਦੇ ਹੋਏ ਮਾਂ ਨੇ ਕਿਹਾ। ਸਾਰੇ ਚੁੱਪ ਕਰ ਗਏ। ਕੀ ਗੱਲ ਹੈ ਮਾਂ? ਪਾਵੇਲ ਨੇ ਘੂਰੀ ਵੱਟ ਕੇ ਕਿਹਾ। ਗੱਲ? ਮਾਂ ਨੇ ਸਿਰ ਚੁੱਕਿਆ ਅਤੇ ਵੇਖਿਆ ਕਿ ਸਭੇ ਉਹਦੇ ਵੱਲ ਵੇਖ ਰਹੇ ਸਨ। ਉਹ, ਮੈਂ ਤਾਂ ਆਪਣੇ ਆਪ ਨਾਲ ਗੱਲ ਕਰ ਰਹੀ ਸਾਂ, ਉਹਨੇ ਘਬਰਾ ਕੇ ਕਿਹਾ। ਮੈਂ ਹੈਰਾਨ ਹੋ ਰਹੀ ਸਾਂ ਕਿ ਜੇ ਤੁਸੀਂ ਵੇਖਣਾ ਚਾਹੁੰਦੇ ਹੋ ਤਾਂ ਵੇਖੋ, ਕਿਉਂ ਨਾ। ਨਤਾਸ਼ਾ ਹੱਸ ਪਈ ਅਤੇ ਪਾਵੇਲ ਗੁੜਕਿਆ। ਚਾਹ ਲਈ ਧੰਨਵਾਦ ਨੈਣਕੋ, ਖੋਖੋਲ ਨੇ ਕਿਹਾ। ਘੁੱਟ ਭਰਨ ਤੋਂ ਪਿੱਛੋਂ ਹੀ ਧੰਨਵਾਦ ਕਰੀ, ਉਹਨੇ ਕਿਹਾ। ਫਿਰ ਆਪਣੇ ਪੁੱਤਰ ਵੱਲ ਨਿਗਾਹ ਮਾਰਦੀ ਹੋਈ ਉਹ ਬੋਲੀ, ਪਰ ਸ਼ਾਇਦ ਮੈਂ ਤੁਹਾਡੇ ਕੰਮ ਵਿੱਚ ਰੁਕਾਵਟ ਪਾ ਰਹੀ ਵਾਂ। ਘਰ ਵਾਲੀ ਆਪਣੇ ਪ੍ਰਾਹੁਣਿਆਂ ਦੇ ਕੰਮ ਵਿੱਚ ਰੁਕਾਵਟ ਕਿਵੇਂ ਪਾ ਸਕਦੀ ਏ? ਨਤਾਸ਼ਾ ਨੇ ਜਵਾਬ ਦਿੱਤਾ। ਪਰ ਮੈਨੂੰ ਜਰਾ ਛੇਤੀ ਚਾਹ ਦਿਓ, ਮੈਂ ਤਾਂ ਕੰਬੀ ਜਾਂਦੀ ਹਾਂ ਤੇ ਮੇਰੇ ਪੈਰ ਤਾਂ ਯੱਖ ਹੋਏ ਪਏ ਨੇ। ਉਹਦੀ ਆਵਾਜ਼ ਵਿੱਚ ਕਿਸੇ ਬੱਚੇ ਜਿਹਾ ਤਰਲਾ ਸੀ। ਹੁਣੇ ਲਓ, ਹੁਣੇ ਲਓ, ਮਾਂ ਨੇ ਕਾਲੀ ਕਾਲੀ ਕਿਹਾ। ਜਦੋਂ ਨਤਾਸ਼ਾ ਨੇ ਚਾਹ ਪੀ ਲਈ ਤਾਂ ਉਹਨੇ ਇੱਕ ਉੱਚਾ ਹੌਂਕਾ ਭਰਿਆ, ਗੁੱਤ ਮੋਢੇ ਉੱਤੇ ਸੁੱਟ ਲਈ ਅਤੇ ਪੀਲੀ ਜਿਲਦ ਵਾਲੀ ਸਚਿੱਤਰ ਕਿਤਾਬ ਵਿੱਚੋਂ ਪੜ੍ਹਨ ਲੱਗ ਪਈ। ਮਾਂ ਨੇ ਚਾਹ ਪਾਉਂਦੇ ਅਤੇ ਕੁੜੀ ਦੇ ਸਪਾਟ ਬੋਲ ਸੁਣਦੇ ਹੋਏ ਇਹ ਯਤਨ ਕੀਤਾ ਕਿ ਇਹ ਸ਼ੋਰ ਨਾ ਕਰੇ। ਕੁੜੀ ਦੀ ਗੂੰਜਦੀ ਆਵਾਜ਼ ਸਾਮਾਵਰ ਦੀ ਇਕਾਗਰ ਗੁੜ-ਗੁੜ ਨਾਲ ਮਿਲ ਗਈ। ਜਦੋਂ ਕਹਾਣੀਆਂ ਦੀ ਇੱਕ ਪੂਰੀ ਲੜੀ ਖੁੱਲ੍ਹਦੀ ਗਈ, ਸਾਰੀਆਂ ਉਹਨਾਂ ਜੰਗਲੀ ਲੋਕਾਂ ਬਾਰੇ ਜਿਹੜੇ ਇੱਕ ਸਮੇਂ ਖੂਹਾਂ ਵਿੱਚ ਰਹਿੰਦੇ ਅਤੇ ਪੱਥਰਾਂ ਨਾਲ ਸ਼ਿਕਾਰ ਕਰਦੇ ਸਨ। ਇਹ ਪਰੀ ਕਹਾਣੀਆਂ ਜਿਹੀਆਂ ਜਾਪਦੀਆਂ ਸਨ ਅਤੇ ਮਾਂ ਆਪਣੇ ਪੁੱਤਰ ਵੱਲ ਵੇਖਦੀ ਰਹੀ। ਉਹ ਉਸ ਤੋਂ ਪੁੱਛਣਾ ਚਾਹੁੰਦੀ ਸੀ ਕਿ ਅਜਿਹੀਆਂ ਕਹਾਣੀਆਂ ਤੇ ਪਾਬੰਦੀ ਕਿਉਂ ਹੋਵੇ, ਪਰ ਛੇਤੀ ਉਹ ਪਾਠ ਸੁਣਦੀ ਅੱਕ ਗਈ ਤੇ ਉਹਨੇ ਚੋਰੀ-ਚੋਰੀ ਆਪਣੇ ਪ੍ਰਾਹੁਣਿਆਂ ਨੂੰ ਘੋਖਣਾ ਸ਼ੁਰੂ ਕਰ ਦਿੱਤਾ ਤਾਂ ਜੋ ਉਹਨਾਂ ਨੂੰ ਅਤੇ ਉਹਦੇ ਪੁੱਤਰ ਨੂੰ ਪਤਾ ਨਾ ਲੱਗੇ। ਪਾਵੇਲ ਨਤਾਸ਼ਾ ਦੇ ਕੋਲ ਬੈਠਾ ਸੀ ਅਤੇ ਉਹ ਉਹਨਾਂ ਸਭਨਾਂ ਤੋਂ ਸੋਹਣਾ ਸੀ। ਕਿਤਾਬ ਉੱਤੇ ਝੁਕੀ ਨਤਾਸ਼ਾ ਉਹਨਾਂ ਵਾਲਾਂ ਨੂੰ ਪਿੱਛੇ ਕਰਦੀ ਰਹਿੰਦੀ ਜਿਹੜੇ ਉਹਦੀਆਂ ਪੁੜਪੜੀਆਂ ਉੱਤੇ ਆ ਡਿੱਗਦੇ। ਆਪਣੇ ਸਿਰ ਨੂੰ ਝਟਕਾ ਦੇ ਕੇ ਅਤੇ ਆਪਣੀ ਆਵਾਜ਼ ਕੁਝ ਹੌਲੀ ਕਰਕੇ ਕਿਤਾਬ ਵੱਲ ਵੇਖੇ ਬਿਨਾਂ ਤੇ ਆਪਣੇ ਦੁਆਲੇ ਬੈਠਿਆਂ ਦੇ ਮੂੰਹਾਂ ਵੱਲ
ਸਨੇਹ ਨਾਲ ਵੇਖਦੇ ਹੋਏ ਉਹ ਆਪਣੇ ਵੱਲੋਂ ਗੱਲ ਕਰਦੀ। ਖੁਖੋਲ ਮੇਜ਼ ਦੇ ਇੱਕ ਪਾਸੇ ਪਸਰਿਆ ਹੋਇਆ ਸੀ ਅਤੇ ਜਿਹੜੀ ਮੁੱਛ ਦੀ ਨੁੱਕਰ ਉਹ ਖਿੱਚ ਰਿਹਾ ਸੀ, ਉਹਨੂੰ ਵੇਖਣ ਲਈ ਉਹ ਨੱਕ ਵਿੱਚੋਂ ਟੇਢੀ ਅੱਖ ਨਾਲ ਝਾਕਦਾ। ਵੈਸੋਵਸਚੀਕੋਵ ਆਪਣੀ ਕੁਰਸੀ ਵਿੱਚ ਡਾਂਗ ਵਾਂਗ ਆਕੜ ਕੇ ਬੈਠਾ ਸੀ। ਉਹਦੀਆਂ ਹੱਥਾਂ ਦੀਆਂ ਤਲੀਆਂ ਗੋਡਿਆਂ ਨੂੰ ਦਬਾ ਰਹੀਆਂ ਸਨ ਅਤੇ ਉਹਦਾ ਮਾਤਾ ਦੇ ਦਾਗਾਂ ਵਾਲਾ ਭਰਵੱਟਿਆਂ ਤੋਂ ਬਿਨਾਂ ਪਤਲੇ ਹੋਠਾਂ ਵਾਲਾ ਮੂੰਹ ਕਿਸੇ ਮਖੌਟੇ ਵਾਂਗ ਜਜ਼ਬਿਆਂ ਤੋਂ ਖਾਲੀ ਸੀ। ਉਹਨੇ ਆਪਣੀਆਂ ਨਿੱਕੀਆਂ ਨਿੱਕੀਆਂ ਅਣਚਮਕਦੀਆਂ ਅੱਖਾਂ ਪਿੱਤਲ ਦੇ ਲਿਸ਼ਕਦੇ ਸਾਮਾਵਰ ਵਿੱਚ ਦਿਸਦੇ ਆਪਣੇ ਮੂੰਹ ਦੇ ਬਿੰਬ ਉੱਤੇ ਜੜੀਆਂ ਹੋਈਆਂ ਸਨ ਅਤੇ ਇਉਂ ਜਾਪਦਾ ਸੀ ਜਿਵੇਂ ਉਹ ਸਾਹ ਲੈ ਹੀ ਨਹੀਂ ਰਿਹਾ। ਨਿੱਕਾ ਫਿਓਦੋਰ ਪਾਠ ਸੁਣਦਾ ਹੋਇਆ ਆਪਣੇ ਹੋਠ ਆਵਾਜ਼ ਕੀਤੇ ਬਿਨਾਂ ਹਿਲਾਈ ਜਾਂਦਾ, ਜਿਵੇਂ ਆਪਣੇ ਆਪ ਕਿਤਾਬ ਦੇ ਸ਼ਬਦ ਦੁਹਰਾ ਰਿਹਾ ਹੋਵੇ, ਜਿੱਥੋਂ ਕਿ ਉਹਦਾ ਸਾਥੀ ਪੂਰੀ ਤਰ੍ਹਾਂ ਝੁਕਿਆ ਹੋਇਆ ਬੈਠਾ ਸੀ। ਉਹਦੀਆਂ ਅਰਕਾਂ ਗੋਡਿਆਂ ਉੱਤੇ ਟਿਕੀਆਂ ਹੋਈਆਂ ਸਨ। ਉਹਦਾ ਮੂੰਹ ਉਹਦੀਆਂ ਤਲੀਆਂ ਵਿਚਕਾਰ ਸੀ ਅਤੇ ਉਹਦੇ ਹੋਠਾਂ ਉੱਤੇ ਇੱਕ ਸੋਝਵਾਨ ਮੁਸਕਾਨ ਖੇਡ ਰਹੀ ਸੀ। ਪਾਵੇਲ ਨਾਲ ਆਏ ਦੋ ਜਣਿਆਂ ਵਿੱਚੋਂ ਇੱਕ ਦੇ ਵਾਲ ਘੁੰਗਰਾਲੇ ਅਤੇ ਲਾਲ ਸਨ ਅਤੇ ਉਹਦੀਆਂ ਹਸੂ ਕਰਦੀਆਂ ਬਿੱਲੀਆਂ ਅੱਖਾਂ ਸਨ। ਉਹ ਉਸਲ ਵੱਟ ਖਾ ਰਿਹਾ ਸੀ, ਜਿਵੇਂ ਕੁਝ ਕਹਿਣਾ ਚਾਹੁੰਦਾ ਹੋਵੇ। ਦੂਜਾ ਜਣਾ ਕੱਕਾ ਅਤੇ ਨਿੱਕੇ ਨਿੱਕੇ ਕੱਟੇ ਵਾਲਾਂ ਵਾਲਾ ਘੜੀ ਮੁੜੀ ਆਪਣਾ ਹੱਥ ਆਪਣੀ ਸਿਰ ਉੱਤੇ ਫੇਰ ਰਿਹਾ ਸੀ ਅਤੇ ਇੱਕ ਟੱਕ ਫਰਸ਼ ਵੱਲ ਵੇਖੀ ਜਾ ਰਿਹਾ ਸੀ। ਮਾਂ ਨੂੰ ਉਹਦਾ ਮੂੰਹ ਮਸਾਂ ਹੀ ਦਿਸਦਾ ਸੀ। ਕਮਰੇ ਵਿੱਚ ਅਨੋਖਾ ਜਿਹਾ ਨਿੱਘ ਸੀ। ਇਹਦੇ ਵਿੱਚ ਕੁਝ ਓਪਰਾ ਵਾਤਾਵਰਨ ਸੀ ਅਤੇ ਜਦੋਂ ਨਿਤਾਸ਼ਾ ਪੜ੍ਹ ਰਹੀ ਸੀ ਤਾਂ ਮਾਂ ਨੂੰ ਆਪਣੀ ਜਵਾਨੀ ਦੇ ਦਿਨਾਂ ਦੀਆਂ ਸ਼ਰੀਲੀਆਂ ਪਾਰਟੀਆਂ ਯਾਦ ਆਈਆਂ। ਮੁੰਡਿਆਂ ਦੀ ਖਰਵੀ ਬੋਲੀ ਅਤੇ ਉਹਨਾਂ ਦੇ ਸਨਕੀ ਠੱਠੇ, ਜਿਨ੍ਹਾਂ ਦੇ ਸਾਹਾਂ ਵਿੱਚੋਂ ਹਮੇਸ਼ਾ ਵੋਦਕਾ ਦੀ ਮੁਸ਼ਕ ਆਉਂਦੀ। ਜਦੋਂ ਉਹਨੂੰ ਉਹ ਯਾਦ ਆਈਆਂ ਤਾਂ ਉਹਦਾ ਦਿਲ ਆਪਣੇ ਲਈ ਤਰਸ ਨਾਲ ਸੁੰਗੜ ਗਿਆ। ਉਹਨੂੰ ਚੇਤੇ ਆਇਆ ਕਿਵੇਂ ਉਹਦੇ ਘਰ ਵਾਲੇ ਨਾਲ ਉਹਦੀ ਮੰਗਣੀ ਹੋਈ ਸੀ। ਅਜਿਹੀਆਂ ਪਾਰਟੀਆਂ ਵਿੱਚੋਂ ਇੱਕ ਵਿੱਚ ਉਹਨੇ ਉਹਨੂੰ ਇੱਕ ਹਨੇਰੀ ਡਿਓੜੀ ਵਿੱਚ ਫੜ ਲਿਆ ਸੀ ਅਤੇ ਕੰਧ ਨਾਲ ਲਾ ਲਿਆ ਸੀ। ਮੇਰੇ ਨਾਲ ਵਿਆਹ ਕਰੇਂਗੀ? ਉਹਨੇ ਖਰਵੇ ਜਿਹੇ ਢੰਗ ਨਾਲ ਉਸ ਤੋਂ ਪੁੱਛਿਆ ਸੀ। ਉਹ ਦੁਖੀ ਸੀ ਅਤੇ ਨਾਰਾਜ਼ ਵੀ, ਪਰ ਉਹਨੇ ਉਹਦੀਆਂ ਛਾਤੀਆਂ ਨਪੀੜੀਆਂ ਹੋਈਆਂ ਸਨ ਅਤੇ ਆਪਣੇ ਗਰਮ ਸਿੱਲੇ ਸਾਹ ਦੀਆਂ ਫੂਕਾਂ ਉਹਦੇ ਮੂੰਹ ਉੱਤੇ ਮਾਰੀ ਜਾ ਰਿਹਾ ਸੀ। ਆਪਣੇ ਆਪ ਨੂੰ ਉਹਦੀ ਪਕੜ ਤੋਂ ਛੁਡਾਉਣ ਦਾ ਯਤਨ ਕਰਦੀ ਹੋਈ ਉਹ ਇੱਕ ਪਾਸੇ ਹੋਈ। ਠਹਿਰ ਜਾ, ਉਹ ਘੋਰਿਆ। ਮੈਨੂੰ ਜਵਾਬ ਦੇ, ਸੁਣਦੀ ਏਂ? ਸ਼ਰਮ ਅਤੇ ਹੇਠੀ ਕਾਰਨ ਸਾਹੋ ਸਾਹ ਹੋਈ ਉਹ ਕੋਈ ਜਵਾਬ ਨਾ ਦੇ ਸਕੀ। ਫਿਰ ਕਿਸੇ ਨੇ ਦਰਵਾਜ਼ਾ ਖੋਲ੍ਹਿਆ ਅਤੇ ਉਹਨੇ ਹੌਲੀ ਜਿਹੀ ਆਪਣੀ ਪਕੜ ਢਿੱਲੀ ਕਰ ਦਿੱਤੀ। ਮੈਂ ਐਤਵਾਰ ਵਿਚੋਲੇ ਨੂੰ ਘੱਲਾਂਗਾ, ਉਹਨੇ ਕਿਹਾ ਅਤੇ ਉਹਨੇ ਵਿਚੋਲਾ ਭੇਜਿਆ। ਮਾਂ ਨੇ ਅੱਖਾਂ ਬੰਦ ਕਰ ਲਈਆਂ ਤੇ ਇੱਕ ਲੰਮਾ ਹੌਕਾ ਭਰਿਆ। ਮੈਂ ਜਾਣਨਾ ਚਾਹੁੰਦਾ ਲੋਕਾਂ ਨੂੰ ਕਿਵੇਂ ਰਹਿਣਾ ਚਾਹੀਦਾ ਹੈ, ਨਾ ਕਿ ਉਹ ਕਿਵੇਂ ਰਹਿੰਦੇ ਹਨ। ਵੈਸੋਵਸਚੀਕੋਵ ਦੀ ਰੋਸ ਪ੍ਰਗਟ ਕਰਦੀ ਆਵਾਜ਼ ਆਈ। ਸੱਚੀ ਗੱਲ ਹੈ, ਸੁਰਖੇ ਨੇ ਖੜੇ ਹੋਏ ਕਿਹਾ। ਉਹ ਨਹੀਂ, ਫਿਓਦੋਰ ਉੱਚੀ ਜਿਹੇ ਬੋਲਿਆ। ਉਹ ਬਹਿਸ ਕਰਨ ਲੱਗ ਪਏ ਅਤੇ ਸ਼ਬਦ ਲਾਟਾਂ ਵਾਂਗ ਪਲਮਦੇ। ਉਹ ਜਿਸ ਗੱਲ ਬਾਰੇ ਇਉਂ ਉੱਚੀ ਉੱਚੀ ਬਹਿਸ ਕਰ ਰਹੇ ਸਨ, ਮਾਂ ਨੂੰ ਉਹਦੀ ਸਮਝ ਨਹੀਂ ਸੀ ਆ ਰਹੀ। ਸਭਨਾਂ ਦੇ ਮੂੰਹ ਉਤੇਜਨਾ ਕਾਰਨ ਭਖੇ ਹੋਏ ਸਨ, ਪਰ ਕਿਸੇ ਨੂੰ ਗੁੱਸਾ ਨਾ ਆਇਆ, ਨਾ ਕਿਸੇ ਨੇ ਉਹੋ ਜਿਹੀ ਖਰਵੀ ਬੋਲੀ ਵਰਤੀ ਜਿਸ ਤੋਂ ਉਹ ਇੰਨੀ ਚੰਗੀ ਤਰ੍ਹਾਂ ਜਾਣੂ ਸੀ। ਕੁੜੀ ਦੇ ਸਾਹਮਣੇ ਗੰਦ ਬਕਦਿਆਂ ਉਹਨਾਂ ਨੂੰ ਸ਼ਰਮ ਆਉਂਦੀ ਹੈ, ਉਹ ਇਸ ਸਿੱਟੇ ਉੱਤੇ ਅਪੜੀ। ਉਹਨੂੰ ਨਤਾਸ਼ਾ ਦੇ ਮੂੰਹ ਦੀ ਗੰਭੀਰ ਦਿੱਖ ਚੰਗੀ ਲੱਗੀ, ਜਿਹੜੀ ਸਭਨਾਂ ਵੱਲ ਧਿਆਨ ਨਾਲ ਵੇਖ ਰਹੀ ਸੀ, ਜਿਵੇਂ ਇਹ ਜਵਾਨ ਬਸ ਬੱਚੇ ਹੀ ਹੋਣ। ਇੱਕ ਮਿੰਟ ਸਾਥੀਓ, ਨਿਤਾਸ਼ਾ ਨੇ ਇੱਕਦਮ ਉੱਚੀ ਆਵਾਜ਼ ਵਿੱਚ ਕਿਹਾ ਅਤੇ ਉਹ ਸਾਰੇ ਚੁੱਪ ਕਰ ਗਏ ਅਤੇ ਉਹਦੇ ਵੱਲ ਵੇਖਣ ਲੱਗ ਪਏ। ਤੁਹਾਡੇ ਵਿੱਚੋਂ ਜਿਹੜੇ ਕਹਿੰਦੇ ਹਨ ਕਿ ਸਾਨੂੰ ਸਭ ਕੁਝ ਜਾਣਨਾ ਚਾਹੀਦਾ ਹੈ, ਉਹ ਠੀਕ ਹਨ। ਸਾਨੂੰ ਆਪਣੇ ਅੰਦਰ ਤਰਕ ਦੀ ਮਿਸਾਲ ਰੌਸ਼ਨ ਕਰਨੀ ਚਾਹੀਦੀ ਹੈ ਤਾਂ ਜੋ ਹਨੇਰੇ ਵਿੱਚ ਭਟਕ ਰਹੇ ਲੋਕ ਸਾਨੂੰ ਵੇਖ ਸਕਣ। ਸਾਡੇ ਕੋਲ ਹਰ ਗੱਲ ਦਾ ਸੱਚਾ ਅਤੇ ਖਰਾ ਜਵਾਬ ਹੋਣਾ ਚਾਹੀਦਾ ਹੈ। ਸਾਨੂੰ ਸਾਰੇ ਸੱਚ ਅਤੇ ਸਾਰੇ ਝੂਠ ਦਾ ਪਤਾ ਹੋਣਾ ਚਾਹੀਦਾ ਹੈ। ਖੁਖੋਲ ਸੁਣਦਾ ਰਿਹਾ ਅਤੇ ਉਹਦੇ ਬੋਲਾਂ ਦੇ ਤਾਲ ਨਾਲ ਸਿਰ ਹਿਲਾਉਂਦਾ ਰਿਹਾ। ਵੈਸੋਵਸਚੀਕੋਵ ਸੁਰਖਾ ਅਤੇ ਕਾਰਖਾਨੇ ਵਿੱਚ ਕੰਮ ਕਰਨ ਵਾਲਿਆਂ ਵਿੱਚੋਂ ਜਿਹੜੇ ਪਾਵੇਲ ਨਾਲ ਆਏ ਸਨ, ਇੱਕ ਪਾਸੇ ਇੱਕ ਟੋਲੀ ਬਣਾ ਕੇ ਖੜੇ ਸਨ ਅਤੇ ਪਤਾ ਨਹੀਂ ਕਿਉਂ ਮਾਂ ਨੂੰ ਉਹ ਚੰਗੇ ਨਹੀਂ ਸਨ ਲੱਗ ਰਹੇ। ਜਦੋਂ ਨਤਾਸ਼ਾ ਨੇ ਗੱਲ ਮੁਕਾਈ ਤਾਂ ਪਾਵੇਲ ਖੜਾ ਹੋ ਗਿਆ। ਕੀ ਅਸੀਂ ਸਿਰਫ ਭਰਿਆ ਪੇਟ ਮੰਗਦੇ ਹਾਂ? ਉੱਕਾ ਹੀ ਨਹੀਂ, ਉਹਨੇ ਤਿੰਨਾਂ ਵੱਲ ਵੇਖਦੇ ਹੋਏ ਠੰਮੇ ਨਾਲ ਕਿਹਾ। ਜਿਹੜੇ ਸਾਡੀਆਂ ਪਿੱਠਾਂ ਉੱਤੇ ਸਵਾਰ ਨੇ ਅਤੇ ਜਿਨ੍ਹਾਂ ਸਾਡੀਆਂ ਅੱਖਾਂ ਉੱਤੇ ਖੋਪੇ ਚਾੜੇ ਹੋਏ ਨੇ, ਅਸਾਂ ਉਹਨਾਂ ਨੂੰ ਦੱਸਣਾ ਹੈ ਕਿ ਅਸੀਂ ਸਭ ਕੁਝ ਵੇਖਦੇ ਹਾਂ
ਅਸੀਂ ਮੂਰਖ ਨਹੀਂ ਅਤੇ ਜਾਨਵਰ ਨਹੀਂ, ਜਿਨ੍ਹਾਂ ਨੂੰ ਬਸ ਭਰੇ ਢਿੱਡ ਹੀ ਚਾਹੀਦੇ ਹੋਣ। ਅਸੀਂ ਮਨੁੱਖਾਂ ਦੇ ਲਾਇਕ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ। ਇਹ ਲਾਜ਼ਮੀ ਹੈ ਕਿ ਅਸੀਂ ਆਪਣੇ ਦੁਸ਼ਮਣਾਂ ਅੱਗੇ ਸਾਬਿਤ ਕਰੀਏ ਕਿ ਉਹ ਮੁਸ਼ੱਕਤ ਦੀ ਇਸ ਜ਼ਿੰਦਗੀ ਦੀ ਕਾਠੀ ਸਾਡੀਆਂ ਪਿੱਠਾਂ ਉੱਤੇ ਪਾਈ ਹੋਈ ਹੈ। ਉਹ ਸਾਨੂੰ ਦਿਮਾਗੀ ਤੌਰ ਤੇ ਉਹਨਾਂ ਦੇ ਸਾਵੇਂ ਸਗੋਂ ਉਹਨਾਂ ਤੋਂ ਚੰਗੇਰੇ ਹੋਣੋਂ ਨਹੀਂ ਰੋਕਦੀ। ਉਹਨੂੰ ਬੋਲਦਾ ਸੁਣਦੇ ਹੋਏ ਉਹਦੀ ਮਾਂ ਦੇ ਦਿਲ ਵਿੱਚ ਮਾਣ ਦੀ ਭਾਵਨਾ ਜਾਗ ਪਈ। ਉਹ ਕਿੰਨਾ ਚੰਗਾ ਬੋਲਿਆ ਸੀ। ਅਨੇਕ ਲੋਕਾਂ ਨੂੰ ਖਾਣ ਲਈ ਚੋਖਾ ਮਿਲਦਾ ਪਰ ਇਮਾਨਦਾਰ ਥੋੜੇ ਹੀ ਨੇ, ਖੋਖੋਲ ਨੇ ਕਿਹਾ। ਸਾਨੂੰ ਜਾਨਵਰਾਂ ਜਿਹੀ ਇਸ ਨਿਜਸ ਜ਼ਿੰਦਗੀ ਦੀ ਜੁਲਨ ਅਤੇ ਭਵਿੱਖ ਦੀ ਮਨੁੱਖੀ ਭਾਈਚਾਰੇ ਦੀ ਬਾਦਸ਼ਾਹੀ ਵਿਚਕਾਰ ਇੱਕ ਪੁਲ ਉਸਾਰਨਾ ਚਾਹੀਦਾ ਹੈ। ਸਾਡੇ ਸਾਹਮਣੇ ਇਹੋ ਕਾਰਜ ਹੈ ਸਾਥੀਓ। ਜੇ ਲੜਨ ਦਾ ਮੌਕਾ ਆ ਗਿਆ ਤਾਂ ਹੱਥ ਉੱਤੇ ਹੱਥ ਧਰ ਕੇ ਕਿਉਂ ਬੈਠਿਆ ਜਾਵੇ। ਵੈਸੋਵ ਸਚੀਕੋਵ ਨੇ ਖਰਵਾ ਇਤਰਾਜ਼ ਕੀਤਾ। ਅੱਧੀ ਰਾਤ ਤੋਂ ਪਿੱਛੋਂ ਉਹਨਾਂ ਦੀ ਬੈਠਕ ਮੁੱਕੀ। ਵੈਸੋਵ ਸਚੀਕੋਵ ਅਤੇ ਸੁਰਖਾ ਸਭ ਤੋਂ ਪਹਿਲਾਂ ਉੱਥੋਂ ਗਏ ਅਤੇ ਮਾਂ ਨੂੰ ਇਹ ਗੱਲ ਵੀ ਚੰਗੀ ਨਾ ਲੱਗੀ। ਕਿੰਨੀ ਕਾਹਲ ਪਈ ਏ ਇਹਨਾਂ ਨੂੰ। ਕਰੜਾਈ ਨਾਲ ਨਿਉ ਕੇ ਉਹਨਾਂ ਨੂੰ ਵਿਦਿਆ ਕਰਦੇ ਹੋਏ ਉਹਨੇ ਸੋਚਿਆ। ਨਾ ਦੋਖਕਾ, ਤੂੰ ਮੈਨੂੰ ਘਰ ਛੱਡ ਆਵੇਂਗਾ? ਨਤਾਸ਼ਾ ਨੇ ਪੁੱਛਿਆ। ਜ਼ਰੂਰ ਛੱਡ ਆਵਾਂਗਾ, ਖੁਖੋਲ ਨੇ ਜਵਾਬ ਦਿੱਤਾ। ਤੇਰੀਆਂ ਜੁਰਾਬਾਂ ਅਜਿਹੇ ਮੌਸਮ ਲਈ ਕੁਝ ਪਤਲੀਆਂ ਨੇ। ਜਦੋਂ ਕੁੜੀ ਰਸੋਈ ਵਿੱਚ ਬੂਟ ਕੋਟ ਆਦਿ ਪਹਿਨ ਰਹੀ ਸੀ ਤਾਂ ਮਾਂ ਨੇ ਉਹਨੂੰ ਕਿਹਾ, ਮੈਂ ਤੈਨੂੰ 19 ਜੁਰਾਬਾਂ ਉਣ ਦਿਆਂ? ਮਿਹਰਬਾਨੀ ਪੈਲਾਗੀਆ ਨੀਲੋਵਨਾ, ਪਰ 19 ਜੁਰਾਬਾਂ ਚੁੱਭਦੀਆਂ ਨੇ। ਨਤਾਸ਼ਾ ਨੇ ਹੱਸ ਕੇ ਜਵਾਬ ਦਿੱਤਾ, ਮੈਂ ਤੇਰੇ ਲਈ ਇਹੋ ਜਿਹੀਆਂ ਉਣਾਂਗੀ ਜਿਹੜੀਆਂ ਚੁਭਣ ਨਹੀਂ ਲੱਗਣਗੀਆਂ, ਮਾਂ ਨੇ ਕਿਹਾ। ਨਤਾਸ਼ਾ ਨੇ ਸੰਗੋੜੀਆਂ ਅੱਖਾਂ ਵਿੱਚੋਂ ਉਹਦੇ ਵੱਲ ਵੇਖਿਆ ਤੇ ਉਹਦੇ ਇੱਕ ਟੱਕ ਨੀਝ ਲਾ ਕੇ ਵੇਖਣ ਨੇ ਵਡੇਰੀ ਇਸਤਰੀ ਨੂੰ ਔਖਾ ਕਰ ਦਿੱਤਾ। ਮੂਰਖਤਾ ਲਈ ਮੈਨੂੰ ਮਾਫ਼ ਕਰਨਾ, ਪਰ ਮੈਂ ਸੱਚੇ ਦਿਲੋਂ ਗੱਲ ਕਹੀ ਏ, ਉਹਨੇ ਹੌਲੀ ਜਿਹੇ ਵਾਅਦਾ ਕੀਤਾ। ਕਿੰਨੀ ਪਿਆਰੀ ਏ ਤੂੰ, ਨਤਾਸ਼ਾ ਨੇ ਓਨੀ ਹੀ ਨਰਮੀ ਅਤੇ ਵਲਵਲੇ ਨਾਲ ਉਹਦਾ ਹੱਥ ਘੁੱਟਦੇ ਹੋਏ ਕਿਹਾ। ਸ਼ੁਭ ਰਾਤਰੀ ਨੈਨਕੋ, ਖੋਖੋਲ ਨੇ ਨਤਾਸ਼ਾ ਦੇ ਪਿੱਛੇ ਪਿੱਛੇ ਉੜ ਕੇ ਦਰਵਾਜ਼ੇ ਚੋਂ ਬਾਹਰ ਜਾਂਦੇ ਹੋਏ ਉਹਦੀਆਂ ਅੱਖਾਂ ਵਿੱਚੋਂ ਝਾਕਦੇ ਹੋਏ ਕਿਹਾ। ਮਾਂ ਨੇ ਆਪਣੇ ਪੁੱਤਰ ਵੱਲ ਵੇਖਿਆ। ਉਹ ਮੁਸਕਰਾਉਂਦੇ ਹੋਏ ਦਰਵਾਜ਼ੇ ਵਿੱਚ ਖੜਾ ਸੀ। ਕਾਹਦੇ ਤੇ ਮੁਸਕਰਾ ਰਿਹਾ ਹੈ? ਉਹਨੇ ਔਖੇ ਜਿਹੇ ਹੋ ਕੇ ਪੁੱਛਿਆ। ਕੋਈ ਖਾਸ ਗੱਲ ਨਹੀਂ, ਬਸ ਰੌਂ ਚੰਗਾ ਬਣ ਗਿਆ। ਭਾਵੇਂ ਮੈਂ ਬੁੱਢੀ ਤੇ ਮੂਰਖ ਵਾਂ, ਪਰ ਤਾਂ ਵੀ ਚੰਗੇ ਮੰਦੇ ਦੀ ਪਛਾਣ ਮੈਨੂੰ ਹੈ, ਬੁੱਢੀ ਨੇ ਕੁਝ ਗੁੱਸੇ ਹੋ ਕੇ ਕਿਹਾ। ਇਸ ਗੱਲ ਤੇ ਤਾਂ ਮੈਂ ਖੁਸ਼ ਵਾਂ, ਪੁੱਤਰ ਨੇ ਕਿਹਾ, ਪਰ ਕੀ ਹੁਣ ਤੈਨੂੰ ਸੌਂ ਨਹੀਂ ਜਾਣਾ ਚਾਹੀਦਾ? ਬਸ ਸੌਣ ਹੀ ਲੱਗੀ ਆਂ। ਉਸ ਚਾਹ ਵਾਲੇ ਭਾਂਡੇ ਮੇਜ਼ ਤੋਂ ਚੁੱਕਦੇ ਹੋਏ ਥੋੜੀ ਖੜਖੜ ਕੀਤੀ। ਉਹ ਬਹੁਤ ਖੁਸ਼ ਸੀ। ਸੱਚ ਤਾਂ ਇਹ ਸੀ ਕਿ ਉਹ ਇੰਨੀ ਖੁਸ਼ ਸੀ ਕਿ ਉਹਨੂੰ ਪਸੀਨਾ ਆ ਗਿਆ। ਉਹ ਖੁਸ਼ ਸੀ ਕਿ ਸਾਰਾ ਕੁਝ ਇੰਨਾ ਚੰਗਾ ਸੀ ਅਤੇ ਇਹ ਇੰਨੇ ਆਰਾਮ ਨਾਲ ਮੁੱਕਿਆ ਸੀ। ਇਹ ਚੰਗੀ ਗੱਲ ਸੀ ਕਿ ਤੂੰ ਅਜਿਹਾ ਕਰਨਾ ਸੋਚਿਆ ਪਾਸ਼ਾ, ਉਹਨੇ ਕਿਹਾ। ਖੁਖੋਲ ਬਹੁਤ ਚੰਗਾ ਏ ਤੇ ਉਹ ਕੁੜੀ ਕਿੰਨੀ ਨਿਕੜੀ ਜਿਹੀ ਚੁਸਤ ਜਾਨ ਏ। ਉਹ ਕੌਣ ਹੈ? ਇੱਕ ਅਧਿਆਪਕਾ, ਕਮਰੇ ਵਿੱਚ ਟਹਿਲਦੇ ਹੋਏ ਪਾਵੇਲ ਨੇ ਸੰਖੇਪ ਜਿਹਾ ਜਵਾਬ ਦਿੱਤਾ। ਬਹੁਤ ਹੀ ਗਰੀਬ ਹੋਣੀ ਏ ਉਹ। ਕਿੰਨੇ ਮਾੜੇ ਕੱਪੜੇ ਪਾਏ ਹੋਏ ਸਨ। ਠੰਡ ਲੱਗਦਿਆਂ ਕੋਈ ਬਹੁਤੀ ਦੇਰ ਨਹੀਂ ਲੱਗਦੀ। ਉਹਦੇ ਮਾਂ-ਪਿਓ ਕਿੱਥੇ ਨੇ? ਮਾਸਕੋ ਵਿੱਚ, ਪਾਵੇਲ ਨੇ ਕਿਹਾ ਅਤੇ ਫਿਰ ਆਪਣੀ ਮਾਂ ਸਾਹਮਣੇ ਖੜੇ ਹੋ ਕੇ ਉਹ ਬੜੀ ਨਰਮੀ ਅਤੇ ਗੰਭੀਰਤਾ ਨਾਲ ਬੋਲਿਆ, ਉਹਦਾ ਪਿਓ ਅਮੀਰ ਹੈ, ਉਹ ਲੋਹੇ ਦਾ ਵਪਾਰੀ ਹੈ ਤੇ ਉਹਦੀ ਬਹੁਤ ਜਾਇਦਾਦ ਹੈ। ਕਿਉਂਕਿ ਕੁੜੀ ਨੇ ਜ਼ਿੰਦਗੀ ਵਿੱਚ ਇਹ ਰਾਹ ਚੁਣਿਆ, ਇਸ ਕਰਕੇ ਉਹਨੇ ਇਹਨੂੰ ਪਾਖਰਤੀ ਦੇ ਦਿੱਤੀ। ਉਹ ਸੁੱਖ ਵਿੱਚ ਪਲੀ ਸੀ, ਹਰ ਮੂੰਹ ਮੰਗੀ ਸ਼ੈ ਉਹਨੂੰ ਮਿਲ ਜਾਂਦੀ, ਪਰ ਹੁਣ ਉਹ ਰਾਤੀ ਇਕੱਲੀ ਸੱਤ ਵੇਰਸਤ ਪੈਦਲ ਜਾਂਦੀ ਏ। ਮਾਂ ਨੂੰ ਇਹ ਗੱਲ ਜਾਣ ਕੇ ਧੱਕਾ ਲੱਗਾ। ਉਹ ਹੈਰਾਨੀ ਨਾਲ ਭਰਵੱਟੇ ਸੁੰਗੇੜਦੀ ਅਤੇ ਆਪਣੇ ਪੁੱਤਰ ਵੱਲ ਵੇਖਦੀ ਕਮਰੇ ਦੇ ਵਿਚਕਾਰ ਐਲ ਖੜੀ ਸੀ। ਫਿਰ ਉਹਨੇ ਨਿੰਮੀ ਆਵਾਜ਼ ਵਿੱਚ ਪੁੱਛਿਆ, ਹੁਣ ਉਹ ਸ਼ਹਿਰ ਗਈ ਏ? ਹਾਂ। ਹਾਏ ਰੱਬਾ, ਉਹਨੂੰ ਡਰ ਨਹੀਂ ਲੱਗਦਾ? ਤੂੰ ਆਪੇ ਵੇਖ ਲੈ, ਉਹਨੂੰ ਨਹੀਂ ਲੱਗਦਾ, ਪਾਵੇਲ ਹੱਸਿਆ। ਪਰ ਉਹ ਗਈ ਕਿਉਂ? ਰਾਤ ਉਹ ਇੱਥੇ ਕੱਟ ਸਕਦੀ ਸੀ, ਮੇਰੇ ਨਾਲ ਸੌਂ ਲੈਂਦੀ। ਇੰਜ ਗੱਲ ਨਹੀਂ ਸੀ ਬੰਨੀ। ਸਵੇਰੇ ਉਹਨੂੰ ਇੱਥੇ ਕੋਈ ਵੇਖ ਲੈਂਦਾ ਤੇ ਅਸੀਂ ਇਹ ਨਹੀਂ ਚਾਹੁੰਦੇ। ਮਾਂ ਨੇ ਸੋਚਦੇ ਹੋਏ ਨੀਝ ਲਾ ਕੇ ਬਾਰੀ ਵਿੱਚੋਂ ਬਾਹਰ ਵੇਖਿਆ। ਪਾਵੇਲ, ਮੈਨੂੰ ਤਾਂ ਇਹਦੇ ਵਿੱਚ ਕੁਝ ਇੰਨਾ ਖਤਰਨਾਕ ਜਾਂ ਜ਼ਬਤ ਹੋਇਆ ਨਹੀਂ ਦਿਸਦਾ, ਉਹਨੇ ਹੌਲੀ ਜਿਹੀ ਕਿਹਾ। ਤੁਸੀਂ ਕੋਈ ਗਲਤ ਕੰਮ ਤਾਂ ਨਹੀਂ ਕਰਦੇ ਕਿ ਕਰਦੇ ਹੋ? ਉਹਨੂੰ ਇਸੇ ਗੱਲ ਦਾ ਤੌਖਲਾ ਸੀ ਅਤੇ ਚਾਹੁੰਦੀ ਸੀ ਕਿ ਉਹਦੀ ਤਸੱਲੀ ਹੋ ਜਾਵੇ। ਨਹੀਂ, ਅਸੀਂ ਕੋਈ ਗਲਤ ਕੰਮ ਨਹੀਂ ਕਰਦੇ, ਉਹਨੇ ਠਰਮੇ ਨਾਲ ਮਾਂ ਦੀਆਂ ਅੱਖਾਂ ਵਿੱਚ ਝਾਕਦੇ ਹੋਏ ਦ੍ਰਿੜਤਾ ਨਾਲ ਜਵਾਬ ਦਿੱਤਾ। ਪਰ ਇਹਦੇ ਬਾਵਜੂਦ ਅਸਾਂ ਸਾਰਿਆਂ ਕਿਸੇ ਨਾ ਕਿਸੇ ਦਿਨ ਕੈਦ ਹੋ ਜਾਣਾ।
ਇਹ ਗੱਲ ਨੂੰ ਸਮਝ ਲੈ। ਮਾਂ ਦੇ ਹੱਥ ਕੰਬਣ ਲੱਗੇ। ਸ਼ਾਇਦ ਜੇ ਰੱਬ ਦੀ ਰਜ਼ਾ ਹੋਈ ਤਾਂ ਤੁਸੀਂ ਕਿਸੇ ਨਾ ਕਿਸੇ ਤਰ੍ਹਾਂ ਬਚ ਜਾਓਗੇ, ਉਹਨੇ ਨਿੰਮੀ ਆਵਾਜ਼ ਵਿੱਚ ਕਿਹਾ। ਨਹੀਂ, ਪੁੱਤਰ ਨੇ ਨਰਮੀ ਨਾਲ ਜਵਾਬ ਦਿੱਤਾ। ਮੈਂ ਤੈਨੂੰ ਧੋਖਾ ਨਹੀਂ ਦੇਣਾ ਚਾਹੁੰਦਾ, ਇਸ ਤੋਂ ਬਚਿਆ ਨਹੀਂ ਜਾ ਸਕਦਾ। ਉਹ ਮੁਸਕਰਾਇਆ। ਹੁਣ ਸੌਂ ਜਾ, ਤੂੰ ਥੱਕ ਗਿਆ। ਸ਼ੁਭ ਰਾਤਰੀ। ਜਦੋਂ ਉਹ ਇਕੱਲੀ ਰਹਿ ਗਈ ਤਾਂ ਉਹ ਬਾਰੀ ਕੋਲ ਗਈ ਅਤੇ ਬਾਹਰ ਝਾਕਣ ਲੱਗ ਪਈ। ਬਾਹਰ ਠੰਡ ਅਤੇ ਧੁੰਦ ਸੀ। ਹਵਾ ਨਿੰਦਰਾਵਲੇ ਨਿੱਕੇ ਘਰਾਂ ਦੀਆਂ ਛੱਤਾਂ ਤੋਂ ਬਰਫ਼ ਉਡਾ ਰਹੀ ਸੀ, ਕੰਧਾਂ ਨਾਲ ਟਕਰਾ ਰਹੀ ਸੀ, ਭੌਂ ਵੱਲ ਝਪਟਦੀ ਹੋਈ ਅਤੇ ਸੜਕ ਉੱਤੇ ਬਰਫ਼ ਦੇ ਗੋੜਿਆਂ ਦੇ ਨਿੱਕੇ ਬੱਦਲ ਉਡਾਉਂਦੀ ਗੁਸੇਲਾ ਘੋਰ ਮਸੋਰਾ ਕਰਦੀ। ਪਿਆਰਾ ਈਸਾ, ਸਾਡੇ ਉੱਤੇ ਮਿਹਰ ਕਰੇ, ਮਾਂ ਨੇ ਹੌਲੀ ਜਿਹੀ ਮੂੰਹ ਹੀ ਮੂੰਹ ਵਿੱਚ ਕਿਹਾ। ਉਹਦਾ ਗੱਚ ਭਰ ਆਇਆ। ਜਿਸ ਬਦਕਿਸਮਤੀ ਦੀ ਗੱਲ ਉਹਦੇ ਪੁੱਤਰ ਨੇ ਇੰਨੇ ਠੰਬੇ ਵਾਲੇ ਭਰੋਸੇ ਨਾਲ ਕੀਤੀ ਸੀ, ਉਹਦਾ ਅਗਾਊ ਗਿਆਨ ਉਹਦੀ ਛਾਤੀ ਵਿੱਚ ਉਸੇ ਤਰ੍ਹਾਂ ਅੰਨ੍ਹੇਵਾਹ ਫੜਕ ਰਿਹਾ ਸੀ ਜਿਵੇਂ ਹਨੇਰੀ ਰਾਤ ਵਿੱਚ ਕੋਈ ਭੰਬਟ। ਉਹਨੂੰ ਆਪਣੇ ਸਾਹਮਣੇ ਇੱਕ ਬਰਫਾਨੀ ਮੈਦਾਨ ਦਿਸਦਾ ਜਾਪਿਆ, ਜਿਸ ਉੱਤੇ ਇੱਕ ਖੁੱਥੜ ਚਿੱਟੀ ਹਵਾ ਦੌੜਦੀ ਅਤੇ ਛਾਲਾਂ ਮਾਰਦੀ, ਠੰਡੀ ਅਤੇ ਹੌਲੀ-ਹੌਲੀ ਚੀਕਦੀ। ਮੈਦਾਨ ਦੇ ਵਿਚਕਾਰ ਇੱਕ ਕੁੜੀ ਦਾ ਨਿੱਕਾ ਜਿਹਾ ਹਨੇਰਾ ਆਕਾਰ ਠੇਡੇ ਖਾ ਰਿਹਾ ਸੀ। ਹਵਾ ਉਹਦੇ ਪੈਰਾਂ ਕੋਲ ਘੁੰਮਣ ਘੇਰੀਆਂ ਪਾਉਂਦੀ, ਉਹਦੀ ਘੱਗਰੀ ਨੂੰ ਫੁਲਾਉਂਦੀ ਅਤੇ ਡੰਗ ਮਾਰਦੀ, ਬਰਫ਼ ਉਹਦੇ ਮੂੰਹ ਉੱਤੇ ਵਗਾਹ ਮਾਰਦੀ। ਉਹ ਬੜੇ ਔਖ ਨਾਲ ਅੱਗੇ ਵਧ ਰਹੀ ਸੀ। ਉਹਦੇ ਨਿੱਕੇ ਪੈਰ ਬਰਫ਼ ਦੇ ਢੇਰਾਂ ਵਿੱਚ ਖੁੱਭ ਜਾਂਦੇ। ਦ੍ਰਿਸ਼ ਠੰਡਾ ਅਤੇ ਡਰਾਉਣਾ ਸੀ। ਉਹਦੀ ਦੇਹ ਪਤਝੜ ਦੀ ਪੌਣ ਦੇ ਹਮਲੇ ਅੱਗੇ ਕਮਾਨ ਹਾਰ ਹੋਈ ਘਾਹ ਦੀ ਕਿਸੇ ਕੱਲੀ ਕਾਰੀ ਤਿੜ ਵਾਂਗ ਅੱਗੇ ਵੱਲ ਝੁਕ ਜਾਂਦੀ। ਉਹਦੇ ਸੱਜੇ ਹੱਥ ਜਿੱਲਣ ਵਿੱਚੋਂ ਜੰਗਲ ਦੀ ਕੰਧ ਉੱਠਦੀ, ਜਿੱਥੇ ਪਤਲੇ ਅਤੇ ਨੰਗੇ ਪਰਚੇ ਅਤੇ ਐਸਪਨ ਦੇ ਰੁੱਖ ਨਿਆਸਰੇ ਘੁਸਰ-ਮੁਸਰ ਕਰ ਰਹੇ ਸਨ। ਦੂਰ ਸਾਹਮਣੇ ਸ਼ਹਿਰ ਦੀਆਂ ਰੌਸ਼ਨੀਆਂ ਝਿਲਮਿਲਾ ਰਹੀਆਂ ਸਨ। ਹੇ ਰੱਖਣਹਾਰ, ਮਿਹਰ ਕਰ, ਮਾਂ ਨੇ ਕੰਬਦੇ ਹੋਏ ਹੌਲੀ ਜਿਹੀ ਕਿਹਾ। ਅੰਕ 7ਵਾਂ। ਮਾਲਾ ਦੇ ਮਨਕਿਆਂ ਵਾਂਗ ਇੱਕ ਤੋਂ ਪਿੱਛੋਂ ਦੂਜਾ ਦਿਨ ਲੰਘਦੇ ਗਏ, ਹਫ਼ਤਿਆਂ ਅਤੇ ਮਹੀਨਿਆਂ ਦੀ ਉਸਾਰੀ ਕਰਦੇ। ਹਰ ਸ਼ਨਿਚਰਵਾਰ ਪਾਵੇਲ ਦੇ ਮਿੱਤਰ ਉਹਦੇ ਘਰ ਇਕੱਠੇ ਹੁੰਦੇ ਅਤੇ ਹਰ ਬੈਠਕ ਉਸ ਲੰਮੀ ਪੌੜੀ ਦਾ ਇੱਕ ਡੰਡਾ ਸੀ, ਜਿਸ ਰਾਹੀਂ ਇਹ ਲੋਕ ਹੌਲੀ-ਹੌਲੀ ਕਿਸੇ ਦੁਰਾਡੇ ਨਿਸ਼ਾਨੇ ਵੱਲ ਚੜ੍ਹ ਰਹੇ ਸਨ। ਪੁਰਾਣੇ ਲੋਕਾਂ ਵਿੱਚ ਨਵਿਆਂ ਦਾ ਵਾਧਾ ਹੋ ਗਿਆ। ਵਲਾਸੋਵਾ ਦੇ ਘਰ ਦੇ ਨਿੱਕੇ ਕਮਰੇ ਵਿੱਚ ਭੀੜ ਹੋਣ ਲੱਗ ਪਈ। ਨਤਾਸ਼ਾ ਜਦੋਂ ਵੀ ਆਉਂਦੀ ਉਹ ਥੱਕੀ ਹੋਈ ਅਤੇ ਯੱਕ ਹੋਈ ਹੁੰਦੀ, ਪਰ ਉਹ ਹਮੇਸ਼ਾ ਹਸੂੰ-ਹਸੂੰ ਕਰਦੀ। ਪਾਵੇਲ ਦੀ ਮਾਂ ਨੇ ਉਹਦੇ ਲਈ ਲੰਮੀਆਂ ਉੱਨੀ ਜੁਰਾਬਾਂ ਉਣੀਆਂ ਸਨ ਅਤੇ ਕੁੜੀ ਦੇ ਨਿੱਕੇ ਪੈਰਾਂ ਵਿੱਚ ਆਪਣੇ ਹੱਥੀਂ ਪਾਈਆਂ ਸਨ। ਨਤਾਸ਼ਾ ਹੱਸੀ, ਪਰ ਫਿਰ ਅਚਨਚੇਤ ਚੁੱਪ ਅਤੇ ਗੰਭੀਰ ਹੋ ਗਈ। ਕਦੀ ਮੇਰੀ ਇੱਕ ਖਿਡਾਵੀਂ ਹੁੰਦੀ ਸੀ ਜਿਹੜੀ ਬਹੁਤ ਹੀ ਦਿਆਲੂ ਸੀ, ਉਹਨੇ ਹੌਲੀ ਜਿਹੇ ਕਿਹਾ। ਕਿੰਨੀ ਅਜੀਬ ਗੱਲ ਹੈ ਪੈਲਾਗੀਆ ਨਿਲੋਵਨਾ, ਕਿਰਤੀ ਲੋਕਾਂ ਦਾ ਜੀਵਨ ਕਿੰਨਾ ਕਰੜਾ ਅਤੇ ਅਣਮੁਨਸਫੀ ਹੁੰਦਾ ਏ, ਪਰ ਫਿਰ ਵੀ ਉਹ ਉਹਨਾਂ ਹੋਰਨਾਂ ਨਾਲੋਂ ਵਧੇਰੇ ਦਿਆਲ ਹੁੰਦੇ ਨੇ। ਉਹ ਬਹੁਤ ਦੂਰ, ਆਪਣੇ ਤੋਂ ਬਹੁਤ ਜ਼ਿਆਦਾ ਦੂਰ ਲੋਕਾਂ ਵੱਲ ਇਸ਼ਾਰਾ ਕਰਕੇ ਬੋਲੀ। ਕਿੰਨੀ ਅਜੀਬ ਹੈ ਤੂੰ, ਪੈਲਾਗੀਆ ਨੇ ਕਿਹਾ। ਮਾਂ ਪਿਓ ਤੇ ਸਭ ਕੁਝ ਤੋਂ ਬਿਨਾਂ। ਉਹਨੇ ਹੌਂਕਾ ਭਰਿਆ ਤੇ ਚੁੱਪ ਹੋ ਗਈ। ਉਹ ਆਪਣੇ ਖਿਆਲ ਪ੍ਰਗਟ ਕਰਨੋਂ ਅਸਮਰਥ ਸੀ, ਪਰ ਜਦੋਂ ਉਹਨੇ ਨਤਾਸ਼ਾ ਦੇ ਮੂੰਹ ਵੱਲ ਵੇਖਿਆ ਤਾਂ ਉਹਨੂੰ ਇੱਕ ਵਾਰ ਫਿਰ ਕਿਸੇ ਅਜਿਹੀ ਭਾਵਨਾ ਦਾ ਅਨੁਭਵ ਹੋਇਆ ਜਿਸ ਨੂੰ ਉਹ ਬਿਆਨ ਨਹੀਂ ਸੀ ਕਰ ਸਕਦੀ। ਉਹ ਕੁੜੀ ਦੇ ਸਾਹਮਣੇ ਫਰਸ਼ ਉੱਤੇ ਬਹਿ ਗਈ। ਕੁੜੀ ਆਪਣਾ ਸਿਰ ਅੱਗੇ ਝੁਕਾ ਕੇ ਸੋਚਾਂ ਵਿੱਚ ਡੁੱਬੀ ਮੁਸਕਰਾ ਰਹੀ ਸੀ। ਮਾਂ ਪਿਓ ਤੋਂ ਬਿਨਾਂ, ਉਹਨੇ ਗੱਲ ਦੁਹਰਾਈ। ਇਹਦਾ ਕੋਈ ਮਹੱਤਵ ਨਹੀਂ। ਮੇਰਾ ਪਿਓ ਖਰਮਾ ਬੰਦਾ ਏ ਤੇ ਮੇਰਾ ਭਰਾ ਵੀ। ਨਾਲੇ ਉਹ ਪਿਅੱਕੜ ਨੇ। ਮੇਰੀ ਵੱਡੀ ਭੈਣ ਦੁਖੀ ਹੈ। ਉਹ ਆਪਣੇ ਤੋਂ ਕਈ ਵਰ੍ਹੇ ਵੱਡੇ ਇੱਕ ਮਰਦ ਨਾਲ ਵਿਆਹ ਕੀਤਾ, ਬਹੁਤ ਅਮੀਰ, ਮੂਰਖ ਪਰ ਲਾਲਚੀ। ਮੈਨੂੰ ਆਪਣੀ ਮਾਂ ਤੇ ਤਰਸ ਆਉਂਦਾ ਹੈ। ਉਹ ਇੱਕ ਸਾਦਾ ਇਸਤਰੀ ਹੈ, ਤੇਰੇ ਵਾਂਗ, ਕਿਸੇ ਚੂਹੀ ਵਾਂਗ ਨਿੱਕੀ ਜਿਹੀ ਅਤੇ ਚੂਹੀ ਵਾਂਗ ਹੀ ਤੇਜ਼ ਨੱਠਦੀ ਏ ਅਤੇ ਉਸੇ ਤਰ੍ਹਾਂ ਹਰ ਇੱਕ ਤੋਂ ਡਰਦੀ ਹੈ। ਕਈ ਵਾਰ ਮੇਰਾ ਜੀ ਉਹਨੂੰ ਮਿਲਣ ਨੂੰ ਕਰਦਾ। ਉਫ, ਕਿੰਨਾ ਜੀ ਕਰਦਾ, ਵਿਚਾਰੀ, ਮਾਂ ਨੇ ਚੁੱਪਚਾਪ ਸਿਰ ਹਿਲਾਉਂਦੇ ਹੋਏ ਕਿਹਾ। ਕੁੜੀ ਨੇ ਕਾਹਲ ਨਾਲ ਆਪਣਾ ਸਿਰ ਪਿੱਛੇ ਸੁੱਟਿਆ ਅਤੇ ਆਪਣੇ ਹੱਥ ਅੱਗੇ ਵਧਾਇਆ, ਜਿਵੇਂ ਕਿਸੇ ਚੀਜ਼ ਨੂੰ ਪਰਾਂ ਧੱਕ ਰਹੀ ਹੋਵੇ। ਉਹ ਨਹੀਂ, ਕਦੀ-ਕਦੀ ਮੈਂ ਇੰਨੀ ਖੁਸ਼ ਹੁੰਦੀ ਹਾਂ, ਇੰਨੀ ਜ਼ਿਆਦਾ ਖੁਸ਼। ਉਹਦਾ ਮੂੰਹ ਪੀਲਾ ਪੈ ਗਿਆ ਤੇ ਉਹਦੀਆਂ ਨੀਲੀਆਂ ਅੱਖਾਂ ਚਮਕ ਪਈਆਂ। ਉਹਨੇ ਆਪਣੇ ਹੱਥ ਮਾਂ ਦੇ ਮੋਢਿਆਂ ਉੱਤੇ ਰੱਖੇ। ਜੇ ਕਿਤੇ ਤੈਨੂੰ ਪਤਾ ਹੁੰਦਾ, ਜੇ ਕਿਤੇ ਤੂੰ ਸਮਝ ਸਕਦੀ ਅਸੀਂ ਕਿੰਨਾ ਵੱਡਾ ਕੰਮ ਕਰ ਰਹੇ ਹਾਂ, ਉਸ ਮਲਕੜੇ ਜਿਹੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਿਹਾ। ਲਗਭਗ ਰਸ਼ਕ ਜਿਹੀ ਕੋਈ ਭਾਵਨਾ ਪੈਲਾਗੀਆ ਵਲਾਸੋਵਾ ਦੇ ਦਿਲ ਵਿੱਚ ਜਾਗ ਪਈ।
ਮੈਂ ਇਸ ਗੱਲ ਲਈ ਬਹੁਤ ਬੁੱਢੀ ਵਾਂ ਅਤੇ ਅਨਪੜ੍ਹ, ਉਸ ਫਰਸ਼ ਤੋਂ ਉੱਠਦੇ ਹੋਏ ਸਧਰਾਏ ਢੰਗ ਨਾਲ ਕਿਹਾ। ਪਾਵੇਲ ਹੁਣ ਵਧੇਰੇ ਵਾਰ ਬੋਲਦਾ ਅਤੇ ਲੰਬੇਰੇ ਸਮੇਂ ਲਈ ਅਤੇ ਵਧੇਰੇ ਤੀਖਣਤਾ ਨਾਲ, ਅਤੇ ਉਹ ਪਤਲਾ ਹੀ ਹੁੰਦਾ ਗਿਆ। ਮਾਂ ਨੂੰ ਜਾਪਦਾ ਕਿ ਜਦੋਂ ਉਹ ਨਤਾਸ਼ਾ ਵੱਲ ਵੇਖਦਾ ਤੇ ਉਹਦੇ ਨਾਲ ਗੱਲਾਂ ਕਰਦਾ ਤਾਂ ਉਹਦੀਆਂ ਅੱਖਾਂ ਦੀ ਕਰੜੀ ਦਿੱਖ ਨਰਮ ਪੈ ਜਾਂਦੀ, ਉਹਦੀ ਆਵਾਜ਼ ਵਧੇਰੇ ਮਲੂਕ ਹੋ ਜਾਂਦੀ ਅਤੇ ਉਹਦਾ ਵਤੀਰਾ ਘੱਟ ਅੱਖੜ ਹੋ ਜਾਂਦਾ। ਰੱਬ ਕਰੇ ਇਉਂ ਹੀ ਹੋਵੇ, ਉਹਨੇ ਮੁਸਕਰਾਉਂਦੇ ਹੋਏ ਸੋਚਿਆ। ਜਦੋਂ ਕਦੀ ਉਹਨਾਂ ਦੇ ਇਕੱਠਾਂ ਵਿੱਚ ਬਹਿਸ ਬਹੁਤ ਗਰਮ ਅਤੇ ਜੋਸ਼ੀਲੀ ਹੋ ਜਾਂਦੀ, ਖੁਖੋਲ ਖੜਾ ਹੋ ਜਾਂਦਾ। ਉਹ ਕਿਸੇ ਘੰਟੀ ਦੇ ਰੋਣੇ ਵਾਂਗ ਅੱਗੇ ਪਿੱਛੇ ਝੂਲਦਾ, ਕੁਝ ਦਿਆਲ ਸਾਦੇ ਲਫ਼ਜ਼ ਕਹਿੰਦਾ ਜਿਹੜੇ ਛੇਤੀ ਹੀ ਸਭਨਾਂ ਨੂੰ ਸ਼ਾਂਤ ਅਤੇ ਠੰਡਾ ਕਰ ਦਿੰਦੇ। ਗਮ ਰੁੱਠ ਵੇ ਸੋਵ ਸੱਚੀ ਕੋਵ ਸਦਾ ਹੋਰਨਾਂ ਉੱਤੇ ਕੁਝ ਕਰਨ ਲਈ ਜ਼ੋਰ ਦਿੰਦਾ ਰਹਿੰਦਾ। ਉਹ ਅਤੇ ਸੁਰਖਾ, ਜਿਸਦਾ ਨਾਮ ਸਮੋਇਲੋਵ ਸੀ, ਸਾਰੀਆਂ ਬਹਿਸਾਂ ਸ਼ੁਰੂ ਕਰਦੇ। ਕੱਕਾ ਗੋਲ ਸਿਰ ਵਾਲਾ ਇਵਾਨ ਬੂਕਿਨ ਉਹਨਾਂ ਦਾ ਸਾਥ ਦਿੰਦਾ। ਵੇਖਣ ਨੂੰ ਉਹ ਇੰਜ ਲੱਗਦਾ ਸੀ ਜਿਵੇਂ ਉਹਨੂੰ ਖਾਰ ਵਿੱਚ ਡੋਬਾ ਦਿੱਤਾ ਗਿਆ ਹੋਵੇ। ਯਾਕੋਵ ਸੋਮੋਵ ਕੂਲਾ ਅਤੇ ਸੁਥਰਾ, ਘੱਟ ਬੋਲਦਾ ਪਰ ਬੜੀ ਗੰਭੀਰਤਾ ਨਾਲ ਗੱਲ ਕਰਦਾ। ਉਹ ਅਤੇ ਚੌੜੇ ਮੱਥੇ ਵਾਲਾ ਫਿਓਦੋਰ ਮਾਜੀਨ ਪਾਵੇਲ ਅਤੇ ਖੁਖੋਲ ਦੇ ਹਾਮੀ ਸਨ। ਕਦੀ ਕਦੀ ਨਿਤਾਸ਼ਾ ਦੀ ਥਾਂ ਨਿਕੋਲਾਈ ਇਵਾਨੋਵਿਚ ਲੈ ਆਉਂਦਾ, ਜਿਹੜਾ ਐਨਕ ਲਾਉਂਦਾ ਅਤੇ ਜਿਸ ਦੀ ਨਿੱਕੀ ਜਿਹੀ ਕੱਕੀ ਬੱਕਰ ਦਾੜੀ ਸੀ। ਉਹ ਕਿਸੇ ਦੁਰਾਡੇ ਸੂਬੇ ਦਾ ਜੰਪਲ ਸੀ, ਇਸੇ ਲਈ ਉਹਦੇ ਬੋਲਣ ਵਿੱਚ ਉਹਦਾ ਉਚਾਰਨ ਕੁਝ ਅਜੀਬ ਤਰ੍ਹਾਂ ਦਾ ਹੁੰਦਾ ਸੀ। ਕੁੱਲ ਮਿਲਾ ਕੇ ਉਹ ਦੁਰਾਡਾ ਜਿਹਾ ਸੀ। ਉਹ ਸਾਦੀਆਂ ਤੋਂ ਸਾਦੀਆਂ ਗੱਲਾਂ ਬਾਰੇ, ਪਰਿਵਾਰਕ ਜੀਵਨ ਅਤੇ ਬੱਚਿਆਂ ਅਤੇ ਵਪਾਰ ਅਤੇ ਪੁਲਿਸ ਅਤੇ ਡਬਲ ਰੋਟੀ ਅਤੇ ਮਾਸ ਦੇ ਮੁੱਲ ਬਾਰੇ, ਉਹਨਾਂ ਸਭ ਮਾਮਲਿਆਂ ਬਾਰੇ ਗੱਲ ਕਰ ਸਕਦਾ ਸੀ ਜਿਹੜੇ ਲੋਕਾਂ ਦਾ ਨਿੱਤ ਦਾ ਜੀਵਨ ਬਣਦੇ ਸਨ। ਅਜਿਹਾ ਕਰਦੇ ਹੋਏ ਉਹ ਸਭ ਕੁਝ ਦਾ ਪਾਜ ਉਖੇੜਦਾ ਜਿਹੜਾ ਝੂਠ ਅਤੇ ਗੈਰ ਮੰਤਕੀ ਸੀ, ਸਭ ਕੁਝ ਜਿਹੜਾ ਮੂਰਖ ਅਤੇ ਇੱਥੋਂ ਤੱਕ ਕਿ ਹਾਸੋਹੀਣ ਸੀ, ਪਰ ਜਨਤਾ ਲਈ ਹਾਨੀਕਾਰਕ ਸੀ। ਮਾਂ ਕਲਪਨਾ ਕਰਦੀ ਸੀ ਕਿ ਉਹ ਬਹੁਤ ਹੀ ਦੂਰੋਂ ਆਇਆ ਹੈ, ਅਸਲ ਵਿੱਚ ਕਿਸੇ ਵੱਖਰੇ ਦੇਸ਼ ਤੋਂ, ਜਿੱਥੇ ਸਾਰੇ ਸੌਖਾ ਇਮਾਨਦਾਰ ਜੀਵਨ ਜਿਉਂਦੇ ਹਨ। ਇੱਥੇ ਸਭ ਕੁਝ ਉਹਦੇ ਲਈ ਅਨੋਖਾ ਸੀ ਅਤੇ ਉਹ ਇਸ ਜੀਵਨ ਦਾ ਆਦੀ ਨਹੀਂ ਸੀ ਹੋ ਸਕਦਾ, ਇਹਨੂੰ ਕਬੂਲ ਨਹੀਂ ਸੀ ਕਰ ਸਕਦਾ। ਉਹ ਇਹਨੂੰ ਨਾਪਸੰਦ ਕਰਦਾ ਸੀ ਅਤੇ ਇਹ ਨਾਪਸੰਦਗੀ ਉਹਦੇ ਵਿੱਚ ਇਹਨੂੰ ਆਪਣੇ ਹੀ ਢੰਗ ਵਿੱਚ ਤਬਦੀਲ ਕਰਨ ਦੀ ਸ਼ਾਂਤ ਦ੍ਰਿੜ ਇੱਛਾ ਨੂੰ ਜਨਮ ਦਿੰਦੀ। ਉਹਦਾ ਮੂੰਹ ਪੁਸਾ ਸੀ ਅਤੇ ਉਹਦੀਆਂ ਅੱਖਾਂ ਦੁਆਲੇ ਬਰੀਕ ਝੁਰੜੀਆਂ ਸਨ। ਉਹਦੀ ਆਵਾਜ਼ ਨਰਮ ਸੀ ਅਤੇ ਉਹਦੇ ਹੱਥ ਹਮੇਸ਼ਾ ਨਿੱਘੇ ਹੁੰਦੇ। ਜਦੋਂ ਕਦੀ ਉਹ ਪੇਲਾਗੀਆ ਵਲਾਸੋਵਾ ਨੂੰ ਸਾਹਿਬ ਸਲਾਮ ਕਹਿੰਦਾ ਤਾਂ ਉਹ ਉਹਦਾ ਸਾਰਾ ਹੱਥ ਘੁੱਟ ਕੇ ਫੜ ਲੈਂਦਾ, ਜਿਹੜਾ ਮਾਂ ਨੂੰ ਸੁਖਦਾਈ ਲੱਗਦਾ। ਸ਼ਹਿਰੋਂ ਹੋਰ ਲੋਕ ਵੀ ਇਨ੍ਹਾਂ ਇਕੱਠਾਂ ਵਿੱਚ ਆਉਂਦੇ। ਅਕਸਰ ਇੱਕ ਲੰਮੀ ਪਤਲੀ ਕੁੜੀ ਜਿਹਦੇ ਪੀਲੇ ਮੂੰਹ ਵਿੱਚ ਬਹੁਤ ਵੱਡੀਆਂ ਅੱਖਾਂ ਸਨ, ਉਹਦਾ ਨਾਂ ਸ਼ਾਸ਼ਾ ਸੀ। ਉਹਦੀ ਚਾਲ ਅਤੇ ਹਰਕਤਾਂ ਵਿੱਚ ਕੁਝ ਮਰਦਾਵੀ ਦਿੱਖ ਸੀ। ਉਹ ਆਪਣੇ ਘਣੇ ਕਾਲੇ ਭਰਵੱਟਿਆਂ ਦੀ ਘੂਰੀ ਵੱਟਦੀ ਰਹਿੰਦੀ ਅਤੇ ਜਦੋਂ ਬੋਲਦੀ ਤਾਂ ਉਹਦੇ ਸਿੱਧੇ ਨੱਕ ਦੀਆਂ ਪਤਲੀਆਂ ਨਾਸਾਂ ਥਰਕਦੀਆਂ। ਉਹਨੇ ਹੀ ਸਭ ਤੋਂ ਪਹਿਲਾਂ ਉੱਚੀ ਤਿੱਖੀ ਆਵਾਜ਼ ਵਿੱਚ ਕਿਹਾ ਸੀ, ਅਸੀਂ ਸੋਸ਼ਲਿਸਟ ਹਾਂ। ਜਦੋਂ ਮਾਂ ਨੇ ਇਹ ਗੱਲ ਸੁਣੀ ਤਾਂ ਚੁੱਪਚਾਪ ਡਰ ਨਾਲ ਕੁੜੀ ਵੱਲ ਤਾੜੀ ਲਾ ਕੇ ਵੇਖਣ ਲੱਗ ਪਈ। ਪੈਲਾਗੀਆ ਨੇ ਸੁਣਿਆ ਸੀ ਕਿ ਸੋਸ਼ਲਿਸਟਾਂ ਨੇ ਜ਼ਾਰ ਨੂੰ ਕਤਲ ਕੀਤਾ ਹੈ। ਇਹ ਉਹਦੀ ਜਵਾਨੀ ਦੇ ਦਿਨਾਂ ਦੀ ਗੱਲ ਸੀ। ਉਦੋਂ ਇਹ ਅਫਵਾਹ ਉੱਡੀ ਸੀ ਕਿ ਭੌਂ ਮਾਲਕ ਰਾਠਾਂ ਨੇ ਸਹੁੰ ਖਾਧੀ ਸੀ ਕਿ ਕਿਉਂਕਿ ਜ਼ਾਰ ਨੇ ਉਹਨਾਂ ਦੇ ਖੇਤ ਗੁਲਾਮਾਂ ਨੂੰ ਆਜ਼ਾਦ ਕਰ ਦਿੱਤਾ ਹੈ, ਉਹ ਉਦੋਂ ਤੱਕ ਆਪਣੇ ਵਾਲ ਨਹੀਂ ਕਟਾਉਣਗੇ ਜਦੋਂ ਤੱਕ ਉਹ ਇਹਦੇ ਬਦਲੇ ਉਹਨੂੰ ਕਤਲ ਨਹੀਂ ਕਰ ਦਿੰਦੇ। ਇਸੇ ਲਈ ਉਹਨਾਂ ਨੂੰ ਸੋਸ਼ਲਿਸਟ ਕਿਹਾ ਜਾਂਦਾ ਸੀ। ਹੁਣ ਪਾਲੇਗੀਆ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਦਾ ਪੁੱਤਰ ਅਤੇ ਉਹਦੇ ਮਿੱਤਰ ਆਪਣੇ ਆਪ ਨੂੰ ਸੋਸ਼ਲਿਸਟ ਕਿਉਂ ਕਹਿੰਦੇ ਸਨ। ਜਦੋਂ ਸਾਰੇ ਘਰੋਂ ਘਰੀ ਚਲੇ ਗਏ ਤਾਂ ਉਹ ਪਵੇਲ ਕੋਲ ਗਈ। ਤੂੰ ਸੋਸ਼ਲਿਸਟ ਹੈ ਪਾਸ਼ਾ? ਹਾਂ, ਉਹਨੇ ਕਿਹਾ। ਉਹ ਸਦਾ ਵਾਂਗ ਤਕੜਾ ਅਤੇ ਸਿੱਧਾ ਉਹਦੇ ਸਾਹਮਣੇ ਖੜਾ ਸੀ। ਉਹਦੀ ਮਾਂ ਨੇ ਲੰਮਾ ਹੌਂਕਾ ਭਰਿਆ ਤੇ ਅੱਖਾਂ ਨਿਵਾ ਲਈਆਂ। ਸੱਚਮੁੱਚ ਪਾਵੇਲ? ਉਹ ਤਾਂ ਜ਼ਾਰ ਦੇ ਖਿਲਾਫ ਨੇ। ਉਹਨਾਂ ਤਾਂ ਇੱਕ ਜ਼ਾਰ ਨੂੰ ਕਤਲ ਵੀ ਕੀਤਾ ਸੀ। ਪਾਵੇਲ ਆਪਣੀ ਗੱਲ ਆਪਣੇ ਹੱਥ ਨਾਲ ਮਲਦਾ ਹੋਇਆ ਕਮਰੇ ਦੇ ਦੂਜੇ ਪਾਸੇ ਗਿਆ। ਸਾਨੂੰ ਅਜਿਹੇ ਕੰਮ ਕਰਨ ਦੀ ਲੋੜ ਨਹੀਂ, ਉਹਨੇ ਮੁਸਕਰਾ ਕੇ ਕਿਹਾ। ਫਿਰ ਉਹ ਉਹਦੇ ਨਾਲ ਬੜੀ ਦੇਰ ਤੱਕ ਗੰਭੀਰ ਸ਼ਾਂਤ ਆਵਾਜ਼ ਵਿੱਚ ਗੱਲਾਂ ਕਰਦਾ ਰਿਹਾ ਅਤੇ ਉਹਦੇ ਮੂੰਹ ਵੱਲ ਵੇਖ ਕੇ ਮਾਂ ਨੇ ਸੋਚਿਆ, ਉਹ ਕਦੀ ਗਲਤ ਕੰਮ ਨਹੀਂ ਕਰਨ ਲੱਗਾ, ਉਹ ਕਰ ਹੀ ਨਹੀਂ ਸਕਦਾ। ਉਸ ਪਿੱਛੋਂ ਇਹ ਭਿਆਨਕ ਸ਼ਬਦ ਘੜੀ ਮੁੜੀ ਦੁਹਰਾਇਆ ਗਿਆ, ਇੱਥੋਂ ਤੱਕ ਇਹਦੇ ਤਿੱਖੇ ਕੰਡੇ ਘਸ ਗਏ ਅਤੇ ਉਹਦੇ ਕੰਨ ਇਹਦੇ
ਵੀ ਉਸੇ ਤਰ੍ਹਾਂ ਆਦੀ ਹੋ ਗਏ ਜਿਵੇਂ ਹੋਰ ਅਨੇਕਾਂ ਸ਼ਬਦਾਂ ਦੇ ਹੋ ਗਏ ਸਨ ਜਿਹੜੇ ਉਹ ਵਰਤਦੇ ਸਨ। ਪਰ ਉਹਨੂੰ ਸ਼ਾਸ਼ਾ ਚੰਗੀ ਨਹੀਂ ਸੀ ਲੱਗਦੀ ਅਤੇ ਉਹਦੇ ਹੁੰਦਿਆਂ ਉਹ ਪਰੇਸ਼ਾਨ ਅਤੇ ਔਖਾ ਜਿਹਾ ਅਨੁਭਵ ਕਰਦੀ। ਇੱਕ ਦਿਨ ਉਹਨੇ ਆਪਣੇ ਹੋਠ ਨਾਖੁਸ਼ੀ ਨਾਲ ਮੀਟ ਕੇ ਉਹਦੇ ਬਾਰੇ ਖੁਖੋਲ ਨਾਲ ਗੱਲ ਕੀਤੀ। ਬੜੀ ਡਾਢੀ ਜਾਨ ਹੈ, ਹਰ ਕਿਸੇ ਤੇ ਹੁਕਮ ਚਾੜਦੀ ਹੈ, ਇਉਂ ਕਰੋ ਇਹ ਕਰੋ। ਖੁਖੋਲ ਖੁੱਲ੍ਹ ਕੇ ਹੱਸਿਆ। ਐਨ ਥਾਂ ਤੇ ਸੱਟ ਲਾਈਏ ਨੈਣ ਕੋ, ਕਿਉਂ ਪਾਵੇਲ ਕੈਸੀ ਰਹੀ? ਉਹਨੇ ਮਾਂ ਨੂੰ ਅੱਖ ਮਾਰਦੇ ਹੋਏ ਅੱਖ ਮਟਕਾ ਕੇ ਵਾਅਦਾ ਕੀਤਾ, ਅਜਿਹੇ ਹੁੰਦੇ ਨੇ ਰਾਠ। ਉਹ ਬੜੀ ਚੰਗੀ ਕੁੜੀ ਹੈ, ਪਾਵੇਲ ਨੇ ਰੁਖਾਈ ਨਾਲ ਕਿਹਾ। ਹੈ ਤਾਂ, ਖਖੋਲ ਨੇ ਤਸਦੀਕ ਕੀਤੀ, ਪਰ ਉਹ ਇੱਕ ਗੱਲ ਨਹੀਂ ਸਮਝ ਸਕਦੀ। ਉਹਦੇ ਲਈ ਹਰ ਗੱਲ ਲਾਜ਼ਮੀ ਹੈ, ਸਾਡੇ ਲਈ ਇਹ ਕਰ ਸਕਦੇ ਹਾਂ ਅਤੇ ਕਰਨਾ ਚਾਹੁੰਦੇ ਹਾਂ ਇਹ। ਅਤੇ ਉਹ ਕਿਸੇ ਅਜਿਹੀ ਗੱਲ ਬਾਰੇ ਬਹਿਸ ਕਰਨ ਲੱਗ ਪਏ ਜਿਹੜੀ ਮਾਂ ਦੀ ਸਮਝ ਤੋਂ ਬਾਹਰ ਸੀ। ਉਹਨੇ ਵੇਖਿਆ ਕਿ ਸ਼ਾਸ਼ਾ ਸਭ ਤੋਂ ਵੱਧ ਸਖਤੀ ਪਾਵੇਲ ਨਾਲ ਵਰਤਦੀ। ਕਈ ਵਾਰ ਉਹ ਉਹਨੂੰ ਝਾੜ ਵੀ ਪਾ ਦਿੰਦੀ। ਅਜਿਹੇ ਸਮਿਆਂ ਤੇ ਪਾਵੇਲ ਕੁਝ ਨਾ ਕਹਿੰਦਾ, ਉਹ ਤਾਂ ਬਸ ਹੱਸ ਛੱਡਦਾ ਅਤੇ ਕੁੜੀ ਦੇ ਮੂੰਹ ਵੱਲ ਉਸ ਮਲੂਕ ਤੱਕਣੀ ਨਾਲ ਤੱਕਦਾ ਜਿਸ ਨਾਲ ਕਦੀ ਉਹ ਨਤਾਸ਼ਾ ਵੱਲ ਤੱਕਦਾ ਸੀ। ਮਾਂ ਨੂੰ ਇਹ ਗੱਲ ਵੀ ਚੰਗੀ ਨਾ ਲੱਗੀ। ਕਈ ਵਾਰ ਪੈਲਾਗੀਆਂ ਉਸ ਖੁਸ਼ੀ ਭਰੇ ਰੌਂ ਤੇ ਹੈਰਾਨ ਰਹਿ ਜਾਂਦੀ ਜਿਹੜਾ ਅਚਾਨਕ ਉਹਨਾਂ ਸਭਨਾਂ ਉੱਤੇ ਛਾ ਜਾਂਦਾ। ਆਮ ਤੌਰ ਤੇ ਇਹ ਉਨੀ ਸ਼ਾਮੀ ਹੁੰਦਾ ਜਦੋਂ ਉਹ ਅਖਬਾਰਾਂ ਵਿੱਚੋਂ ਵਿਦੇਸ਼ਾਂ ਵਿੱਚ ਕਿਰਤੀਆਂ ਦੀਆਂ ਲਹਿਰਾਂ ਦੇ ਬਿਰਤਾਂਤ ਪੜ੍ਹਦੇ। ਉਦੋਂ ਉਹਨਾਂ ਦੀਆਂ ਅੱਖਾਂ ਖੁਸ਼ੀ ਨਾਲ ਲਿਸ਼ਕਦੀਆਂ। ਉਹ ਅਜੀਬ ਤਰ੍ਹਾਂ ਬੱਚਿਆਂ ਵਾਂਗ ਖੁਸ਼ ਹੋ ਜਾਂਦੇ, ਆਪਣਾ ਨਿਰਮਲ ਖਿੜਿਆ ਹਾਸਾ ਹੱਸਦੇ ਅਤੇ ਪਿਆਰ ਨਾਲ ਇੱਕ ਦੂਜੇ ਦੇ ਮੋਢੇ ਉੱਤੇ ਥਪਕੀ ਦਿੰਦੇ। ਆਸ਼ਕੇ ਸਾਡੇ ਜਰਮਨ ਸਾਥੀਆਂ ਦੇ, ਕਿਸੇ ਨੇ ਉੱਚੀ ਆਵਾਜ਼ ਵਿੱਚ ਕਿਹਾ, ਜਿਵੇਂ ਉਹ ਆਪਣੀ ਖੁਸ਼ੀ ਨਾਲ ਨਸ਼ਿਆਇਆ ਗਿਆ ਸੀ। ਜਿੰਦਾਬਾਦ ਇਟਲੀ ਦੇ ਕਿਰਤੀ। ਇੱਕ ਹੋਰ ਸਮੇਂ ਉਹਨਾਂ ਨਾਅਰਾ ਲਾਇਆ। ਜਦੋਂ ਉਹ ਦੁਰਾਡੇ ਕਿਰਤੀਆਂ ਨੂੰ ਇਹ ਹੱਲਾਸ਼ੇਰੀ ਘੱਲਦੇ ਜਿਹੜੇ ਉਹਨਾਂ ਨੂੰ ਜਾਣਦੇ ਨਹੀਂ ਸਨ ਅਤੇ ਜਿਹੜੇ ਉਹਨਾਂ ਦੀ ਬੋਲੀ ਵੀ ਸਮਝ ਨਹੀਂ ਸਨ ਸਕਦੇ, ਉਹਨਾਂ ਨੂੰ ਯਕੀਨ ਜਾਪਦਾ ਕਿ ਉਹ ਅਣਜਾਣੇ ਲੋਕ ਉਹਨਾਂ ਦੀਆਂ ਗੱਲਾਂ ਸੁਣਦੇ ਸਨ ਅਤੇ ਉਹਨਾਂ ਦੀ ਖੁਸ਼ੀ ਦੀ ਕਦਰ ਕਰਦੇ ਸਨ। ਕਿ ਉਹਨਾਂ ਨੂੰ ਖਤ ਲਿਖਣਾ ਚੰਗੀ ਗੱਲ ਨਹੀਂ ਹੋਵੇਗੀ? ਖੋਖੋਲ ਨੇ ਕਿਹਾ। ਉਹਦੀਆਂ ਅੱਖਾਂ ਵਿੱਚ ਹਰ ਸ਼ੈ ਨੂੰ ਕਲਾਵੇ ਵਿੱਚ ਲੈਣ ਵਾਲਾ ਪਿਆਰ ਸੀ, ਤਾਂ ਜੋ ਉਹਨਾਂ ਨੂੰ ਦੱਸਿਆ ਜਾਵੇ ਕਿ ਇੱਥੇ ਰੂਸ ਵਿੱਚ ਉਹਨਾਂ ਦੇ ਮਿੱਤਰ ਰਹਿੰਦੇ ਨੇ ਜਿਹੜੇ ਉਹਨਾਂ ਜਿਹੇ ਹੀ ਖਿਆਲ ਰੱਖਦੇ ਨੇ ਅਤੇ ਉਹਨਾਂ ਦਾ ਪ੍ਰਚਾਰ ਕਰਦੇ ਨੇ, ਜਿਹੜੇ ਉਸੇ ਮਨੋਰਥ ਲਈ ਜਿਉਂਦੇ ਨੇ ਅਤੇ ਉਹਨਾਂ ਦੀਆਂ ਜਿੱਤਾਂ ਤੇ ਖੁਸ਼ ਨੇ। ਲਿਸ਼ਕਦੇ ਸੁਪਨਿਆਲੇ ਮੂੰਹਾਂ ਨਾਲ ਉਹ ਫਰਾਂਸੀਸੀਆਂ ਅਤੇ ਅੰਗਰੇਜ਼ਾਂ ਅਤੇ ਸਵੀਡਨ ਵਾਲਿਆਂ ਦੀ ਆਪਣੇ ਮਿੱਤਰਾਂ ਦੇ ਤੌਰ ਤੇ ਅਜਿਹੇ ਲੋਕਾਂ ਵਜੋਂ ਗੱਲ ਕਰਦੇ ਜਿਹੜੇ ਉਹਨਾਂ ਦੇ ਦਿਲਾਂ ਦੇ ਨੇੜੇ ਹੋਣ, ਜਿਨ੍ਹਾਂ ਦੀ ਉਹ ਇੱਜ਼ਤ ਕਰਦੇ ਅਤੇ ਜਿਨ੍ਹਾਂ ਦੀਆਂ ਖੁਸ਼ੀਆਂ ਅਤੇ ਗਮੀਆਂ ਵਿੱਚ ਉਹ ਭਿਆਲ ਸਨ। ਇਸ ਹੁੱਸੜ ਕਮਰੇ ਵਿੱਚ ਸੰਸਾਰ ਦੇ ਕਿਰਤੀਆਂ ਨਾਲ ਆਤਮਿਕ ਨੇੜਤਾ ਦਾ ਅਨੁਭਵ ਪੈਦਾ ਹੋਇਆ। ਮਾਂ ਸਮੇਤ ਸਾਰੇ ਇਹਨੂੰ ਅਨੁਭਵ ਕਰਦੇ ਅਤੇ ਭਾਵੇਂ ਉਹ ਇਹਦੇ ਅਰਥ ਨੂੰ ਸਮਝ ਨਹੀਂ ਸੀ ਸਕਦੀ, ਪਰ ਇਹਦੀ ਸ਼ਕਤੀ ਤੋਂ ਜਾਣੂ ਸੀ। ਐਨੀ ਗਬਰੇਟ, ਐਨੀ ਨਸ਼ਿਆਉਣ ਵਾਲੀ ਖੁਸ਼ੀ ਨਾਲ ਭਰੀ, ਐਨੀ ਆਸ ਭਰਪੂਰ। ਜ਼ਰਾ ਆਪਣੇ ਵੱਲ ਵੇਖ, ਉਹਨੇ ਇੱਕ ਵਾਰ ਖਖੋਲ ਨੂੰ ਕਿਹਾ। ਸਭ ਲੋਕ ਤੇਰੇ ਸਾਥੀ ਨੇ, ਯਹੂਦੀ ਤੇ ਆਰਮੀਨੀ ਤੇ ਆਸਟਰਵੀ। ਤੂੰ ਉਹਨਾਂ ਸਭਨਾਂ ਲਈ ਖੁਸ਼ ਤੇ ਦੁਖੀ ਹੋਨਾ? ਉਹਨਾਂ ਸਭਨਾਂ ਲਈ ਮੇਰੀ ਨੈਣਕੋ, ਉਹਨਾਂ ਸਭਨਾਂ ਲਈ। ਖਖੋਲ ਬੋਲ ਉੱਠਿਆ। ਅਸੀਂ ਕਬੀਲੇ ਜਾਂ ਕੌਮ ਦੇ ਕਿਸੇ ਫਰਕ ਨੂੰ ਨਹੀਂ ਮੰਨਦੇ, ਸਿਰਫ ਸਾਥੀ, ਸਿਰਫ ਦੁਸ਼ਮਣ। ਸਾਰੇ ਕਿਰਤੀ ਸਾਡੇ ਸਾਥੀ ਨੇ, ਸਾਰੀਆਂ ਹਕੂਮਤਾਂ, ਸਾਰੇ ਅਮੀਰ ਸਾਡੇ ਵੈਰੀ ਨੇ। ਜਦੋਂ ਅਸੀਂ ਦੁਨੀਆ ਉੱਤੇ ਨਿਗਾਹ ਮਾਰਦੇ ਵਾਂ, ਅਸੀਂ ਵੇਖਦੇ ਵਾਂ ਕਿ ਸਾਡੀ ਕਿਰਤੀਆਂ ਦੀ ਗਿਣਤੀ ਕਿੰਨੀ ਵੱਡੀ ਹੈ ਤੇ ਅਸੀਂ ਕਿੰਨੇ ਮਜ਼ਬੂਤ ਹਾਂ, ਤਾਂ ਸਾਡੇ ਦਿਲ ਵਿੱਚ ਖੁਸ਼ੀ ਅਤੇ ਖੇੜੇ ਦਾ ਕੋਈ ਅੰਤ ਨਹੀਂ ਰਹਿੰਦਾ। ਸਭ ਕੁਝ ਵੇਖਦਾ ਹੋਇਆ ਫਰਾਂਸੀਸੀ ਅਤੇ ਜਰਮਨ ਵੀ ਇਸੇ ਤਰ੍ਹਾਂ ਅਨੁਭਵ ਕਰਦਾ ਹੈ, ਨੈਣਕੋ ਅਤੇ ਅਤਾਲਵੀ ਵੀ। ਅਸੀਂ ਸਾਰੇ ਇੱਕੋ ਮਾਂ ਦੇ ਪੁੱਤਰ ਹਾਂ, ਜਿਨ੍ਹਾਂ ਅੰਦਰ ਸਾਰੇ ਸੰਸਾਰ ਦੇ ਕਿਰਤੀ ਲੋਕਾਂ ਦੇ ਭਾਈਚਾਰੇ ਵਿੱਚ ਅਜਿੱਤ ਭਰੋਸੇ ਦੀ ਲਾਟ ਬਲਦੀ ਹੈ। ਇਹ ਵਿਚਾਰ ਸਾਡੇ ਦਿਲਾਂ ਨੂੰ ਨਿੱਘ ਦਿੰਦਾ ਹੈ। ਇਹ ਇੱਕ ਮੁਨਸਫੀ ਸਵਰਗ ਵਿੱਚ ਚਮਕਦਾ ਸੂਰਜ ਏ ਅਤੇ ਉਹ ਸਵਰਗ ਕਿਰਤੀ ਦਾ ਦਿਲ ਹੈ। ਭਾਵੇਂ ਉਹ ਕੋਈ ਹੈ, ਭਾਵੇਂ ਉਹ ਆਪਣੇ ਆਪ ਨੂੰ ਕੁਝ ਕਹਿੰਦਾ ਹੈ, ਹਰ ਸੋਸ਼ਲਿਸਟ ਆਤਮਿਕ ਤੌਰ ਤੇ ਸਦਾ ਲਈ ਸਾਡਾ ਭਰਾ ਏ, ਕੱਲ ਅਤੇ ਅੱਜ ਅਤੇ ਭਲਕੇ। ਇਹ ਬੱਚਿਆਂ ਜਿਹਾ ਪਰ ਪੱਕਾ ਨਿਸ਼ਚਾ ਅਕਸਰ ਉਹਨਾਂ ਵਿੱਚ ਰੂਪਮਾਨ ਹੁੰਦਾ, ਵਧੇਰੇ ਅਤੇ ਵਧੇਰੇ ਉੱਚ ਰੂਪ ਵਿੱਚ ਵੱਧ ਕੇ ਇੱਕ ਮਹਾਨ ਸ਼ਕਤੀ ਬਣਦਾ। ਅਤੇ ਜਦੋਂ ਮਾਂ ਇਹ ਵੇਖਦੀ ਤਾਂ ਉਹ ਅਨੁਭਵਤਾ ਨਾਲ ਮਹਿਸੂਸ ਕਰਦੀ ਕਿ ਦੁਨੀਆ ਨੇ ਨਿਸ਼ਚੇ ਹੀ ਸੂਰਜ ਜਿਹੀ ਕਿਸੇ ਮਹਾਨ ਅਤੇ ਵੱਡੀ ਸ਼ੈ ਨੂੰ ਜਨਮ ਦਿੱਤਾ ਹੈ, ਜਿਹੜੀ ਉਹ ਆਪਣੀਆਂ ਅੱਖਾਂ ਨਾਲ ਵੇਖ ਸਕਦੀ ਹੈ। ਉਹ ਅਕਸਰ ਗਾਉਂਦੇ
ਖੁਸ਼ ਆਵਾਜ਼ ਵਿੱਚ ਉਹ ਸਾਦੇ ਗੀਤ ਗਾਉਂਦੇ ਜਿਹੜੇ ਸਭਨਾਂ ਨੂੰ ਆਉਂਦੇ ਸਨ, ਪਰ ਕਦੀ-ਕਦੀ ਉਹ ਨਵੇਂ ਗੀਤ ਗਾਉਂਦੇ, ਗੰਭੀਰ ਗੀਤ ਜਿਨ੍ਹਾਂ ਦੀਆਂ ਸੁਰਾਂ ਸੋਹਣੀਆਂ ਹੁੰਦੀਆਂ ਅਤੇ ਲੈਆਂ ਅਸਾਧਾਰਨ ਹੁੰਦੀਆਂ। ਉਹ ਮੱਧਮ ਆਵਾਜ਼ਾਂ ਵਿੱਚ ਗੰਭੀਰਤਾ ਨਾਲ ਗਾਉਂਦੇ ਜਿਵੇਂ ਉਹ ਗਿਰਜੇ ਵਿੱਚ ਗਾਏ ਜਾਣ ਵਾਲੇ ਗੀਤ ਗਾ ਰਹੇ ਹੋਣ। ਗਾਉਣ ਵਾਲਿਆਂ ਦੇ ਮੂੰਹ ਭਖ ਉੱਠਦੇ ਅਤੇ ਪੀਲੇ ਪੈ ਜਾਂਦੇ ਅਤੇ ਉਹਨਾਂ ਦੇ ਗੂੰਜਦੇ ਸ਼ਬਦਾਂ ਵਿੱਚ ਮਹਾਨ ਸ਼ਕਤੀ ਪ੍ਰਗਟ ਹੁੰਦੀ। ਮਾਂ ਇਹਨਾਂ ਵਿੱਚੋਂ ਇੱਕ ਗੀਤ ਕਾਰਨ ਖਾਸ ਤੌਰ ਤੇ ਉਤੇਜਿਤ ਹੋਈ। ਇਹ ਸ਼ੱਕ ਅਤੇ ਬੇਦਲੀਲੀ ਦੀਆਂ ਭੂਲ ਭਰੀਆਂ ਵਿੱਚ ਭਟਕਦੀ ਕੱਲ ਮੁਕੱਲੀ ਦੁਖੀ ਆਤਮਾ ਦੀਆਂ ਸੋਗੀ ਸੋਚਾਂ ਪੇਸ਼ ਨਹੀਂ ਸੀ ਕਰਦਾ, ਨਾ ਹੀ ਇਹ ਅਜਿਹੇ ਜੀਵਾਂ ਦੇ ਰੋਣ ਪ੍ਰਗਟ ਕਰਦਾ ਸੀ ਜਿਨ੍ਹਾਂ ਨੂੰ ਡਰ ਨੇ ਦਬਾਇਆ ਹੋਵੇ, ਜਿਹੜੇ ਰੰਗ ਅਤੇ ਸ਼ਖਸੀਅਤ ਤੋਂ ਵਿਰਵੇ ਹੋਣ, ਅਤੇ ਨਾ ਹੀ ਇਸ ਵਿੱਚ ਪੁਲਾੜ ਵਿੱਚ ਠੇਡੇ ਖਾਂਦੀ ਅੰਨੀ ਸ਼ਕਤੀ ਦੀਆਂ ਸੋਗੀ ਆਹਾਂ ਸੁਣੀਆਂ ਜਾਂਦੀਆਂ ਸਨ, ਨਾ ਹੀ ਇਸ ਵਿੱਚ ਆਪਣੇ ਆਪ ਨੂੰ ਮਾੜੇ ਅਤੇ ਚੰਗੇ ਉੱਤੇ ਇੱਕੋ ਤਰ੍ਹਾਂ ਵਗਾਹ ਸੁੱਟਣ ਲਈ ਤਿਆਰ ਸਿਰਲੱਥ ਦਲੇਰੀ ਦੇ ਨਾਅਰਿਆਂ ਦੀ ਗੂੰਜ ਸੁਣਾਈ ਦਿੰਦੀ। ਗੀਤ ਪਰਖ ਨਾ ਕਰਨ ਵਾਲੀ ਦੁੱਖ ਦੀ ਭਾਵਨਾ ਅਤੇ ਤਬਾਹ ਕਰਨ ਯੋਗ ਪਰ ਉਸਾਰ ਨੂੰ ਅਸਮਰਥ ਬਦਲੇ ਦੀ ਭਾਵਨਾ ਦਾ ਗੀਤ ਵੀ ਨਹੀਂ ਸੀ ਗਾਉਂਦਾ। ਇਸ ਗੀਤ ਵਿੱਚ ਪੁਰਾਣੇ ਗੁਲਾਮਨਾ ਸਮਾਜ ਦਾ ਕੋਈ ਅੰਸ਼ ਨਹੀਂ ਸੀ। ਮਾਂ ਨੂੰ ਇਹਦੇ ਕਰੜੇ ਬੋਲ ਅਤੇ ਕਰੜੀ ਸੁਰ ਪਸੰਦ ਨਾ ਆਏ, ਪਰ ਬੋਲਾਂ ਅਤੇ ਸੁਰਾਂ ਦੇ ਪਿੱਛੇ ਕੁਝ ਵਧੇਰੇ ਮਹਾਨ ਸੀ, ਜਿਹੜਾ ਬੋਲਾਂ ਅਤੇ ਸੁਰ ਉੱਤੇ ਛਾ ਜਾਂਦਾ ਕਿਸੇ ਅਥਾਹ ਸ਼ੈ ਦੇ ਵਿਚਾਰ ਨੂੰ ਜਨਮ ਦਿੰਦਾ, ਜਿਸ ਨੂੰ ਕਲਾਵੇ ਵਿੱਚ ਲੈ ਸਕਣਾ ਕਲਪਨਾ ਤੋਂ ਬਾਹਰ ਸੀ। ਉਹ ਜਵਾਨ ਲੋਕਾਂ ਦੀਆਂ ਅੱਖਾਂ ਵਿੱਚ ਅਤੇ ਮੂੰਹਾਂ ਉੱਤੇ ਇਹ ਵੇਖਦੀ, ਉਹ ਅਨੁਭਵ ਕਰਦੀ ਕਿ ਇਹ ਉਹਨਾਂ ਵਿੱਚ ਜਿਉਂਦਾ ਹੈ ਅਤੇ ਉਸ ਸ਼ਕਤੀ ਅੱਗੇ ਝੁਕਦਿਆਂ ਜਿਹੜੀ ਸ਼ਬਦਾਂ ਅਤੇ ਸੰਗੀਤ ਦੀਆਂ ਹੱਦਾਂ ਤੋਂ ਪਰਾਂ ਲੰਘ ਜਾਂਦੀ, ਉਹ ਇਸ ਗੀਤ ਨੂੰ ਹੋਰ ਕਿਸੇ ਗੀਤ ਨਾਲੋਂ ਵਧੇਰੇ ਧਿਆਨ ਅਤੇ ਡੂੰਘੇਰੀ ਘਬਰਾਹਟ ਨਾਲ ਸੁਣਦੀ। ਉਹ ਇਹ ਗੀਤ ਵਧੇਰੇ ਹੌਲੀ ਆਵਾਜ਼ ਵਿੱਚ ਗਾਉਂਦੇ, ਪਰ ਇਹ ਤਕੜੇੜਾ ਜਾਪਦਾ ਅਤੇ ਲੋਕਾਂ ਨੂੰ ਮਾਰਚ ਦੇ ਕਿਸੇ ਦਿਨ ਆਉਂਦੀ ਬਸੰਤ ਦੇ ਪਹਿਲੇ ਦਿਨ ਦੀ ਪੌਣ ਵਾਂਗ ਆਪਣੀ ਵਲਗਨ ਵਿੱਚ ਲੈ ਲੈਂਦਾ। ਸਮਾਂ ਆ ਗਿਆ ਅਸੀਂ ਸੜਕਾਂ ਉੱਤੇ ਗੀਤ ਗਾਈਏ, ਵੈਸੋਵ ਸਚੀਕੋਵ ਗਮਰੁੱਠ ਢੰਗ ਨਾਲ ਕਹਿੰਦਾ। ਜਦੋਂ ਉਹਦੇ ਪਿਓ ਨੂੰ ਨਵੀਂ ਚੋਰੀ ਕਾਰਨ ਇੱਕ ਵਾਰ ਫਿਰ ਕੈਦ ਕਰ ਲਿਆ ਗਿਆ ਤਾਂ ਉਹਨੇ ਠੰਬੇ ਨਾਲ ਸਾਥੀਆਂ ਨੂੰ ਕਿਹਾ, ਹੁਣ ਅਸੀਂ ਮੇਰੇ ਘਰ ਮਿਲ ਸਕਦੇ ਹਾਂ। ਲਗਭਗ ਹਰ ਸ਼ਾਮ ਕੰਮ ਦੇ ਸਮੇਂ ਤੋਂ ਪਿੱਛੋਂ ਪਾਵੇਲ ਦੇ ਮਿੱਤਰਾਂ ਵਿੱਚੋਂ ਕੋਈ ਨਾ ਕੋਈ ਉਹਦੇ ਨਾਲ ਆਉਂਦਾ ਅਤੇ ਉਹ ਬੈਠ ਕੇ ਪੜ੍ਹਦੇ ਅਤੇ ਲਿਖਦੇ ਰਹਿੰਦੇ। ਉਹਨਾਂ ਨੂੰ ਇੰਨੀ ਕਾਹਲ ਹੁੰਦੀ ਅਤੇ ਉਹ ਇੰਨੇ ਮਸਤ ਹੋ ਜਾਂਦੇ ਕਿ ਉਹ ਹੱਥ ਮੂੰਹ ਵੀ ਨਾ ਧੋਂਦੇ। ਉਹ ਰਾਤ ਦਾ ਖਾਣਾ ਖਾਣ ਅਤੇ ਚਾਹ ਪੀਣ ਸਮੇਂ ਵੀ ਕਿਤਾਬਾਂ ਫੜੀ ਰੱਖਦੇ ਅਤੇ ਉਹ ਕਾਹਦੇ ਬਾਰੇ ਗੱਲਾਂ ਕਰਦੇ, ਮਾਂ ਲਈ ਇਹ ਸਮਝਣਾ ਸਦਾ ਵਧੇਰੇ ਔਖਾ ਹੁੰਦਾ ਗਿਆ। ਸਾਨੂੰ ਆਪਣਾ ਅਖਬਾਰ ਸ਼ੁਰੂ ਕਰਨਾ ਚਾਹੀਦਾ ਹੈ, ਪਾਵੇਲ ਅਕਸਰ ਕਹਿੰਦਾ। ਜੀਵਨ ਵਧੇਰੇ ਕਾਹਲਾ ਅਤੇ ਸਰਗਰਮ ਹੋ ਗਿਆ ਅਤੇ ਲੋਕ ਵਧੇਰੇ ਤੇਜ਼ੀ ਨਾਲ ਇੱਕ ਕਿਤਾਬ ਤੋਂ ਦੂਜੀ ਵੱਲ ਜਾਂਦੇ, ਇੱਕ ਫੁੱਲ ਤੋਂ ਦੂਜੇ ਫੁੱਲ ਤੇ ਘੁੰਮਦੀਆਂ ਮਖਿਆਰੀਆਂ ਵਾਂਗ। ਲੋਕਾਂ ਸਾਡੇ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ, ਵੈਸੋਵ ਸਚੀਕੋਵ ਨੇ ਕਿਹਾ। ਛੇਤੀ ਹੀ ਸਾਡੀ ਫੜੋ ਫੜਾਈ ਸ਼ੁਰੂ ਹੋ ਜਾਵੇਗੀ। ਮੱਛੀ ਤਾਂ ਜੰਮਦੀ ਹੀ ਜਾਲ ਵਿੱਚ ਫਸਣ ਲਈ ਹੈ, ਖੁਖੋਲ ਨੇ ਟਿੱਪਣੀ ਕੀਤੀ। ਮਾਂ ਨੂੰ ਉਹ ਨਿੱਤ ਵਧੇਰੇ ਪਿਆਰਾ ਲੱਗਣ ਲੱਗ ਪਿਆ ਸੀ। ਜਦੋਂ ਉਹ ਉਹਨੂੰ ਨੈਣਕੋ ਸੱਦਦਾ ਤਾਂ ਇਉਂ ਜਾਪਦਾ ਜਿਵੇਂ ਇੱਕ ਬਾਲ ਦਾ ਨਰਮ ਹੱਥ ਉਹਦੀ ਗੱਲ ਨੂੰ ਪਲੋਸ ਰਿਹਾ ਹੋਵੇ। ਜੇ ਐਤਵਾਰ ਨੂੰ ਪਾਵੇਲ ਰੁੱਝਿਆ ਹੁੰਦਾ ਤਾਂ ਖੁਖੋਲ ਲੱਕੜੀ ਚੀਰ ਦਿੰਦਾ। ਇੱਕ ਦਿਨ ਉਹ ਮੋਢੇ ਉੱਤੇ ਇੱਕ ਤਖਤਾ ਚੁੱਕੀ ਆਉਂਦਾ ਅਤੇ ਤੇਸਾ ਫੜ ਕੇ ਛੇਤੀ ਹੀ ਅਤੇ ਸੰਯੋਗਤਾ ਨਾਲ ਡਿਉੜੀ ਦੀ ਇੱਕ ਗਲ ਗਈ ਪੌੜੀ ਦੀ ਥਾਂ ਨਵੀਂ ਪੌੜੀ ਲਾ ਦਿੱਤੀ। ਇੱਕ ਹੋਰ ਵਾਰ ਉਹਨੇ ਇਸੇ ਹੀ ਤਰ੍ਹਾਂ ਸ਼ੋਪਲੇ ਜਿਹੇ ਢੰਗ ਨਾਲ ਢਿਲਕਦੇ ਜੰਗਲੇ ਦੀ ਮੁਰੰਮਤ ਕਰ ਦਿੱਤੀ। ਕੰਮ ਕਰਦਾ ਹੋਇਆ ਉਹ ਕਿਸੇ ਸੋਹਣੀ ਉਦਾਸ ਧੁਨ ਦੀ ਸੀਟੀ ਵਜਾਉਂਦਾ ਰਿਹਾ। ਅਸੀਂ ਖੁਖੋਲ ਨੂੰ ਕਿਰਾਏਦਾਰ ਕਿਉਂ ਨਾ ਰੱਖ ਲਈਏ, ਉਹਨੇ ਇੱਕ ਦਿਨ ਆਪਣੇ ਪੁੱਤਰ ਨੂੰ ਕਿਹਾ। ਇਹ ਤੁਹਾਡੇ ਦੋਹਾਂ ਲਈ ਚੰਗਾ ਰਹੇਗਾ। ਤੁਹਾਨੂੰ ਇੱਕ ਦੂਜੇ ਦੇ ਘਰ ਦੇ ਫੇਰੇ ਨਹੀਂ ਮਾਰਨੇ ਪੈਣਗੇ। ਤੂੰ ਆਪਣੇ ਆਪ ਨੂੰ ਵਾਧੂ ਔਖਾ ਕਿਉਂ ਕਰਨਾ ਚਾਹੁੰਦੀ ਏ? ਪਾਵੇਲ ਨੇ ਮੋਢੇ ਸੰਗੋੜ ਕੇ ਜਵਾਬ ਦਿੱਤਾ। ਬਕਵਾਸ, ਮਾਂ ਨੇ ਕਿਹਾ। ਮੇਰੀ ਸਾਰੀ ਉਮਰ ਬਿਨਾਂ ਕਾਰਨ ਹੀ ਔਖੀ ਰਹੀ ਹੈ। ਹੁਣ ਇਹਨੂੰ ਉਹਦੇ ਜਿਹੇ ਚੰਗੇ ਬੰਦੇ ਕਾਰਨ ਔਖਾ ਹੋ ਲੈਣ ਦਿਓ। ਤੇਰੀ ਮਰਜ਼ੀ, ਉਹਦੇ ਪੁੱਤਰ ਨੇ ਕਿਹਾ। ਜੇ ਉਹ ਆ ਜਾਵੇ ਤਾਂ ਮੈਨੂੰ ਤਾਂ ਖੁਸ਼ੀ ਹੀ ਹੋਵੇਗੀ। ਸੋ ਖਗੋਲ ਉਹਨਾਂ ਦੇ ਘਰ ਕਿਰਾਏਦਾਰ ਬਣ ਕੇ ਰਹਿਣ ਲੱਗ ਪਿਆ। ਧੰਨਵਾਦ।